ਕਈ ਵਾਰ ਅਜਿਹਾ ਵੀ ਸਾਡੇ ਨਾਲ ਹੁੰਦਾ ਹੈ ਕਿ ਅਸੀਂ ਸਾਰੀ ਰਾਤ 6 ਤੋਂ 8 ਘੰਟੇ ਨੀਂਦ ਵੀ ਲਈ, ਪਰ ਜਦੋਂ ਅਸੀਂ ਸਵੇਰੇ ਉੱਠੇ ਤਾਂ ਸਾਨੂੰ ਲੱਗਦਾ ਹੈ ਕਿ ਜਿਵੇਂ ਸਰੀਰ ਦੇ ਵਿੱਚ ਜਾਨ ਹੀ ਨਾ ਹੋਵੇ ਜਾਂ ਅਸੀਂ ਰਾਤੀ ਸੁੱਤੇ ਹੀ ਨਾ ਹੋਵੇ। ਹੱਡੀਆਂ ਦਾ ਖੋਖਲਾਪਣ, ਹੱਡੀਆਂ ਖੋਖਲੀਆਂ ਹੋਣੀ ਸ਼ੁਰੂ ਹੋ ਜਾਂਦੀਆਂ ਨੇ, ਟੁੱਟਣ ਲੱਗ ਜਾਂਦੇ ਨੇ। ਜੇ ਬੰਦੇ ਦੇ ਬਾਲ ਝੜਦੇ ਹੋਣ ਤਾਂ ਬਾਲ ਵੀ ਹੋਰ ਝੜਨ ਲੱਗ ਜਾਂਦੇ ਨੇ। ਜੇ ਬੰਦੇ ਨੂੰ ਕੋਈ ਲੰਗਸ ਦੀ ਬਿਮਾਰੀ ਹੋਵੇ ਤਾਂ ਉਹ ਪਰਮਾਨੈਂਟ ਹੋ ਜਾਂਦੀ ਹੈ। ਵਿਟਾਮਿਨ ਡੀ ਸਾਡੇ ਸਰੀਰ 'ਚ ਕਦੇ ਨਾ ਘਟੇ ਜਦੋਂ ਤੱਕ ਸਾਨੂੰ ਪਰਮਾਤਮਾ ਨੇ ਸਾਹਾਂ ਦੀ ਪੂੰਜੀ ਬਖਸ਼ੀ ਹੋਈ ਹੈ। ਤੁਹਾਡੀ ਵੱਡੀ ਰਿਸਰਚ ਹੈਗੀ ਹੈ, ਕਿਹੋ ਜਿਹੇ ਪ੍ਰੀਕਾਸ਼ਨ ਨੇ, ਕਿਹੋ ਜਿਹੀਆਂ ਸਾਵਧਾਨੀਆਂ ਨੇ ਸਾਨੂੰ ਜਿਹੜੀਆਂ ਵਰਤਣੀਆਂ ਚਾਹੀਦੀਆਂ। ਅਸੀਂ ਤਾਂ ਕਦੇ ਪਹਿਲਾਂ ਸੁਣੇ ਸੀ ਕਿ ਵਿਟਾਮਿਨ ਡੀ ਦੀ ਵੀ ਘਾਟ ਹੋ ਗਈ, ਤੇ ਫਿਰ ਸਾਡੇ ਸਮਾਜ ਦੇ ਵਿੱਚੋਂ, ਸਾਡੇ ਸੱਭਿਆਚਾਰ ਦੇ ਵਿੱਚੋਂ ਇਹ ਬਿਮਾਰੀ ਆਈ ਕਿਵੇਂ ਜੀ? ਹੱਥਾਂ ਪੈਰਾਂ ਦੀਆਂ ਜਿਹੜੀਆਂ ਗੱਠਾਂ ਨੇ ਇਹਨਾਂ ਵਿੱਚ ਪੇਨ ਹੋਣ ਲੱਗ ਜੇ, ਉਂਗਲੀਆਂ ਮੁੜਨੋਂ ਹਟ ਜਾਣ, ਗੋਡੇ ਦੁਖਣ ਲੱਗ ਜਾਂਦੇ ਨੇ, ਅਤੇ ਇੱਦਾਂ ਤੁਹਾਡੇ ਚਿਹਰੇ ਦੇ ਕਲਰ ਵੀ ਜਿਹੜਾ ਹੈਗਾ ਪਿੰਕ ਦੀ ਬਜਾਏ ਵਾਈਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡੀ ਲੇਟੈਸਟ ਰਿਸਰਚ ਹੈ ਜਿਹੜੀ ਆ ਕੋਲੈਸਟਰੋਲ ਦੀ ਰੌਲਾ ਪਾਇਆ ਸੀ, ਇਹਨਾਂ ਨੇ ਸਾਇੰਸਦਾਨਾਂ ਨੇ ਹਾਰਟ ਦੇ ਕੋਲੈਸਟਰੋਲ ਦਾ ਰੌਲਾ ਪਾਇਆ ਸੀ। ਐਕਚੁਅਲੀ ਵਿਟਾਮਿਨ ਡੀ ਦੀ ਕਮੀ ਦਾ ਕਾਰਨ ਇਹ ਸਾਇੰਸ ਦੀ ਰਿਸਰਚ ਹੀ ਹੈਗੀ ਹੈ। ਵਿਟਾਮਿਨ ਡੀ ਜਦੋਂ ਘਟਣਾ ਸ਼ੁਰੂ ਹੁੰਦਾ ਹੈ ਸਰੀਰ ਦੇ ਵਿੱਚ, ਇੱਕ ਤਾਂ ਸਾਨੂੰ ਪਤਾ ਲੱਗੇ ਕਿ ਇਹੀ ਵਿਟਾਮਿਨ ਡੀ ਘਟਣ ਦੇ 100% ਚਾਂਸਿਸ ਇਹ ਨੇ, ਲੇਕਿਨ ਜਦੋਂ ਹੌਲੀ ਹੌਲੀ ਘਟਣਾ ਸ਼ੁਰੂ ਹੁੰਦਾ ਉਹ ਕੋਈ ਅਲੱਗ ਸਿੰਪਟਮ ਹੁੰਦੇ ਨੇ। ਜਿਹੜੇ ਬੰਦੇ ਇਨਡੋਰ ਕੰਮ ਕਰਦੇ ਨੇ, ਏਸੀਆਂ 'ਚ ਕੰਮ ਕਰਦੇ ਨੇ, ਏਸੀ ਗੱਡੀਆਂ 'ਚ ਲਗਾਤਾਰ ਰਹਿੰਦੇ ਨੇ, ਉਹਨਾਂ ਦੇ ਲਗਭਗ ਜਿਹਦੇ ਵੀ ਤੁਸੀਂ ਵਿਟਾਮਿਨ ਡੀ ਚੈੱਕ ਕਰਾਓਗੇ, ਉਹਨਾਂ ਵਿੱਚੋਂ ਜੇ 100 ਦੇ ਵਿਟਾਮਿਨ ਡੀ ਚੈੱਕ ਕਰਾਓਗੇ 90 ਬੰਦਿਆਂ ਦਾ ਘੱਟ। ਸਾਡੀ ਰਸੋਈ ਦੇ ਵਿੱਚ ਵੀ ਕੋਈ ਸਮਾਨ ਇੱਦਾਂ ਦਾ ਹੈਗਾ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਈਏ ਤੇ ਉਸ ਦਾ ਆਪਣਾ ਇਲਾਜ ਅਸੀਂ ਘਰੇਲੂ ਇਲਾਜ ਕਰ ਸਕੀਏ? ਫਿਰ ਉਦੋਂ ਬਾਅਦ ਦੇਖਣਾ ਹੁੰਦਾ ਕਿ ਲੀਵਰ ਜਾਂ ਕਿਡਨੀ 'ਚ ਕੋਈ ਪ੍ਰੋਬਲਮ ਤਾਂ ਨਹੀਂ ਜਿਸ ਕਰਕੇ ਇਹ ਵਿਟਾਮਿਨ ਡੀ ਪੂਰਾ ਨਹੀਂ ਹੋ ਰਿਹਾ, ਜਾਂ ਸਾਡੇ ਵਿੱਚ ਫੈਟ ਦੀ ਕਮੀ ਤਾਂ ਨਹੀਂ ਕਿ ਬਾਡੀ ਜਿਹੜੀ ਡਾਇਰੈਕਟ ਸੂਰਜ ਤੋਂ ਰੋਸ਼ਨੀ ਲੈ ਕੇ ਬਾਡੀ ਅਬਜ਼ੌਰਬ ਨਹੀਂ ਕਰ ਰਹੀ। ਸੂਰਜ ਦੀ ਰੋਸ਼ਨੀ ਦੀ ਇਹਦਾ ਵੀ ਕੋਈ ਤਰੀਕਾ ਹੈਗਾ ਪ੍ਰੋਪਰ ਲੈਣ ਦਾ, ਕਿ ਅਸੀਂ ਬਸ ਜਸਟ ਜਾ ਕੇ ਬੈਠ ਜਾਈਏ, ਜਾਂ ਕਿਸ ਤਰੀਕੇ ਨਾਲ ਅਸੀਂ ਲਵਾਂਗੇ, ਕਿਉਂਕਿ ਸਾਡੀ ਸਕਿਨ ਵੀ ਬੜੀ ਨਾਜ਼ੁਕ ਚੀਜ਼ ਹੈ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਨਵੀਆਂ ਜਿਹੜੀਆਂ ਬਿਮਾਰੀਆਂ ਨੇ, ਜਿਵੇਂ ਅਸੀਂ ਅਖੌਤੀ ਮਾਡਰਨ ਹੁੰਦੇ ਜਾ ਰਹੇ ਹਾਂ, ਉਸ ਨਾਲ ਸਾਡੀ ਜ਼ਿੰਦਗੀ ਨੂੰ ਲੱਗ ਰਹੀਆਂ ਨੇ। ਕਈ ਵਾਰ ਅਜਿਹਾ ਵੀ ਸਾਡੇ ਨਾਲ ਹੁੰਦਾ ਹੈ ਕਿ ਅਸੀਂ ਸਾਰੀ ਰਾਤ 6 ਤੋਂ 8 ਘੰਟੇ ਨੀਂਦ ਵੀ ਲਈ, ਪਰ ਜਦੋਂ ਅਸੀਂ ਸਵੇਰੇ ਉੱਠੇ ਤਾਂ ਸਾਨੂੰ ਲੱਗਦਾ ਹੈ ਕਿ ਜਿਵੇਂ ਸਰੀਰ ਦੇ ਵਿੱਚ ਜਾਨ ਹੀ ਨਾ ਹੋਵੇ, ਜਾਂ ਅਸੀਂ ਰਾਤੀ ਸੁੱਤੇ ਹੀ ਨਾ ਹੋਵੇ, ਜਾਂ ਫਿਰ ਇੰਨੀ ਜ਼ਿਆਦਾ ਥਕਾਵਟ ਅਤੇ ਨਿਰਾਸ਼ਤਾ ਸਾਡੇ ਸਰੀਰ ਦੇ ਵਿੱਚ ਆ ਜਾਂਦੀ ਹੈ ਕਿ ਸਾਨੂੰ ਸਮਝ ਨਹੀਂ ਆਉਂਦਾ। ਸਾਰੇ ਤਰ੍ਹਾਂ ਦੇ ਅਸੀਂ ਟੈਸਟ ਵੀ ਕਰਾ ਲੈਂਦੇ ਹਾਂ, ਸਭ ਪਾਸੇ ਅਸੀਂ ਦਵਾਈ ਵੀ ਖਾ ਲੈਂਦੇ ਹਾਂ, ਪਰ ਕੋਈ ਬਹੁਤਾ ਜ਼ਿਆਦਾ ਜਿਹੜਾ ਅਸਰ ਉਸ ਚੀਜ਼ ਦਾ ਨਹੀਂ ਦੇਖਣ ਨੂੰ ਮਿਲਦਾ। ਸੋ ਅਜਿਹੇ ਦੇ ਵਿੱਚੋਂ ਕਿਹੜੀ ਬਿਮਾਰੀ ਹੈ ਜਿਹੜੀ ਇਸ ਵੇਲੇ ਸਾਡੇ ਸਰੀਰ ਨੂੰ ਜਿਹੜੀ ਲੱਗ ਰਹੀ ਹੈ, ਔਰ ਬੜੀ ਤੇਜ਼ੀ ਨਾਲ ਸਾਡੇ ਸਮਾਜ ਦੇ ਵਿੱਚ, ਖਾਸ ਕਰਕੇ ਪੂਰੀ ਦੁਨੀਆ ਦੇ ਵਿੱਚ ਅਸੀਂ ਨੂੰ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਇਸ ਬਿਮਾਰੀ ਨੇ ਜਿਹੜੇ ਪੈਰ ਪਸਾਰੇ ਜਾ ਚੁੱਕੇ ਨੇ। ਉਹ ਬਿਮਾਰੀ ਹੈ ਵਿਟਾਮਿਨ ਡੀ ਦੀ। ਵਿਟਾਮਿਨ ਡੀ ਉਹ ਬਿਮਾਰੀ ਹੈ ਜਿਸ ਨੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਨੇ ਕਿ ਇੰਸ਼ੋਰੈਂਸ ਵਾਲੇ, ਮੈਡੀਕਲ ਇੰਸ਼ੋਰੈਂਸ ਵਾਲੇ ਪਹਿਲਾਂ ਟੈਸਟ ਮੰਗਣ ਲੱਗੇ ਕਿ ਵਿਟਾਮਿਨ ਡੀ ਦਾ ਟੈਸਟ ਕਰਵਾ ਕੇ ਆਓ। ਸੋ ਇਹ ਬਿਮਾਰੀ ਹੁੰਦੀ ਕੀ ਹੈ, ਬਿਮਾਰੀ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਰਹਿ ਕੇ ਇਸ ਦਾ ਦੇਸੀ ਤਰੀਕੇ ਨਾਲ ਇਲਾਜ ਕਰ ਸਕਦੇ ਹਾਂ, ਤੇ ਇਹਦਾ ਬਿਮਾਰੀ ਦਾ ਪਿਛੋਕੜ ਕੀ ਆ, ਆਈ ਕਿੱਥੋਂ, ਪੈਦਾ ਕਿਵੇਂ ਹੋਈ, ਇਸ ਬਾਬਤ ਸਾਰੀ ਗੱਲਬਾਤ ਦੇ ਲਈ ਇੱਕ ਵਾਰ ਫੇਰ ਅਸੀਂ ਪਹੁੰਚੇ ਹਾਂ ਤੁਹਾਡੇ ਸਭ ਦੇ ਬੜੇ ਮਕਬੂਲ ਜਿਹੜੇ ਡਾਕਟਰ ਜੋਗਿੰਦਰ ਟਾਈਗਰ ਹੋਰਾਂ ਦੇ ਕੋਲ, ਫਨ ਵਿਲਾ ਪਟਿਆਲਾ ਪਹੁੰਚੇ ਹਾਂ। ਉਹਨਾਂ ਦੇ ਗੱਲਬਾਤ ਕਰਦੇ ਹਾਂ, ਸ਼ੁਰੂ ਕਰ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ। ਤੁਹਾਨੂੰ ਬਹੁਤ ਲੋਕ ਮਕਬੂਲ ਕਰ ਰਹੇ ਨੇ, ਔਰ ਬਹੁਤ ਦੁਆਵਾਂ ਸਾਨੂੰ ਵੀ ਤੇ ਤੁਹਾਨੂੰ ਵੀ ਲੋਕ ਦੇ ਰਹੇ ਨੇ ਜਿਹੜਾ ਤੁਹਾਡਾ ਨੁਸਖੇ ਜਾਂ ਤੁਹਾਡੇ ਨੂੰ ਆ ਕੇ ਜਿਹੜਾ ਟ੍ਰੀਟਮੈਂਟ ਲੈ ਰਹੇ ਨੇ। ਥੈਂਕ ਯੂ ਵੈਰੀ ਮਚ ਜੀ, ਬੜਾ ਚੰਗਾ ਲੱਗਿਆ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕੀਤਾ, ਅਤੇ ਲੋਕਾਂ ਦੇ ਰੂਬਰੂ ਹੋਵਾਂਗੇ ਅਤੇ ਗੱਲਾਂ ਕਰਾਂਗੇ ਅਤੇ ਲੋਕਾਂ ਨੂੰ ਚੰਗਾ ਲੱਗੂਗਾ। ਜੀ ਡਾਕਟਰ ਸਾਹਿਬ, ਵਿਟਾਮਿਨ ਡੀ ਦੀ ਜਿਹੜੀ ਬਿਮਾਰੀ ਹੈ ਇਹ ਕਿੱਥੋਂ ਆਈ ਜੀ? ਤੁਸੀਂ ਤਾਂ, ਤੁਹਾਡੀ ਤਾਂ ਬੜੀ ਲੰਬੀ ਜਿਹੜੀ ਰਿਸਰਚ ਹੈਗੀ ਹੈ ਇਸ ਉੱਤੇ। ਪਹਿਲਾਂ ਦੱਸੋ ਕਿ ਵਿਟਾਮਿਨ ਡੀ ਹੁੰਦਾ ਕੀ ਹੈ ਅਤੇ ਇਹ ਬਿਮਾਰੀ ਆਈ ਕਿੱਥੋਂ ਜੀ ਸਾਡੇ ਸਮਾਜ 'ਚ? ਜੀ ਐਕਚੁਅਲੀ ਸਾਰੇ ਮੁਲਕਾਂ ਦਾ ਪੌਣ ਪਾਣੀ ਵੱਖੋ ਵੱਖਰਾ ਹੈ। ਵਿਟਾਮਿਨ ਡੀ ਦੀ ਜਿਹੜੀ ਰੇਸ਼ੋ ਬਣਾਈ ਹੈ WHO ਨੇ, ਉਹ ਸਾਰੀ ਦੁਨੀਆ 'ਤੇ ਇੱਕੋ ਹੀ ਲਾਗੂ ਕਰਨ ਦੇ ਨੇ। ਸਾਡੇ ਮੁਲਕਾਂ ਦਾ ਵਾਤਾਵਰਨ ਹੈ ਹੁਣ ਗਰਮ ਹੈਗਾ, ਉਹਨਾਂ ਦਾ ਠੰਡਾ ਹੈਗਾ, ਇਸ ਕਿਸਮ ਦਾ ਵਿਟਾਮਿਨ ਡੀ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਲੱਗ-ਅਲੱਗ ਸਰੀਰ ਦੀ ਪੈਥੋਲੋਜੀ ਦੇ ਮੁਤਾਬਕ ਵਿਟਾਮਿਨ ਡੀ ਹੁੰਦਾ ਹੈ। ਪਹਿਲੀ ਗੱਲ ਤਾਂ ਇਹ ਹੈਗੀ। ਦੂਜਾ ਜਿਹੜਾ ਵਿਟਾਮਿਨ ਡੀ ਹੈਗਾ, ਇਹ ਸਾਡੇ ਸਰੀਰ ਵਿੱਚ ਇਹਦਾ ਇੱਕ ਅਹਿਮ ਰੋਲ ਹੈ। ਇਹਦਾ ਇੰਨਾ ਵੱਡਾ ਰੋਲ ਹੈ, ਜੇ ਇਹਨੂੰ ਅਸੀਂ ਕਿਸੇ ਹਾਰਮੋਨ ਦਾ ਰੂਪ ਵੀ ਦੇ ਲਈਏ
ਤਾਂ ਵੀ ਕੋਈ ਘੱਟ ਗੱਲ ਨਹੀਂ ਹੈਗੀ, ਕਿਉਂਕਿ ਵਿਟਾਮਿਨ ਡੀ ਤੋਂ ਬਿਨਾਂ ਸਾਡੀ ਬੋਡੀ ਜਿਹੜੇ ਕੈਲਸ਼ੀਅਮ ਹੈ ਉਹਨੂੰ ਅਬਜ਼ੌਰਬ ਹੀ ਨਹੀਂ ਕਰ ਸਕਦੀ, ਨਾ ਸਾਡੀਆਂ ਬੋਨ ਬਣਨ, ਨਾ ਬੋਨ ਜੰਮਣ, ਨਾ ਬੋਡੀ ਦਾ ਫੰਕਸ਼ਨ ਹੋਵੇ, ਨਾ ਜਾਂ ਸਾਡੇ ਸੈੱਲਾਂ ਨੂੰ એનર્ਜੀ ਮਿਲੇ। ਵਿਟਾਮਿਨ ਡੀ ਦਾ ਮੇਨ ਫੰਕਸ਼ਨ ਹੈਗਾ ਸੈੱਲਾਂ ਦੇ ਵਿੱਚ એનર્ਜੀ ਨੂੰ ਪੈਦਾ ਕਰਨਾ। ਸੋ એનર્ਜੀ ਦੀ ਸਾਨੂੰ ਬਲੱਡ ਦੇ ਵਿੱਚ ਕੈਲਸ਼ੀਅਮ ਦੀ ਜ਼ਰੂਰਤ ਹੈ। ਕੈਲਸ਼ੀਅਮ ਸਾਡੀ ਬੋਨਸ ਨੂੰ ਵੀ ਜ਼ਰੂਰਤ ਹੈਗੀ, ਮਾਸਪੇਸ਼ੀਆਂ ਨੂੰ, ਹਰ ਥਾਂ 'ਤੇ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ, ਠੀਕ ਹੈ। ਇਸ ਕਰਕੇ ਜਿਹੜਾ ਵਿਟਾਮਿਨ ਡੀ ਹੈਗਾ, ਆਪਾਂ ਇਹ ਕਹਿ ਸਕਦੇ ਹਾਂ ਕਿ ਵਿਟਾਮਿਨ ਡੀ ਜਿਹੜਾ ਹੈਗਾ ਕੈਲਸ਼ੀਅਮ ਉਹ 'ਤੇ ਸਵਾਰੀ ਹੈ, ਉਹਦੀ ਕੈਲਸ਼ੀਅਮ ਦੀ ਸਵਾਰੀ ਹੈ ਵਿਟਾਮਿਨ ਡੀ। ਵਿਟਾਮਿਨ ਡੀ ਦੀ ਕਮੀ ਦੇ ਕਾਰਨ ਸਾਡੀ ਬਾਡੀ ਦੇ ਵਿੱਚ ਬਹੁਤ ਵੱਡੇ ਨੁਕਸਾਨ ਹੁੰਦੇ ਨੇ। ਦੇਖੋ, ਇੱਕ ਤਾਂ ਇਹ ਹੈਗਾ ਕਿ ਜੇ ਵਿਟਾਮਿਨ ਡੀ ਦੀ ਕਮੀ ਆ ਜੇ, ਬਾਡੀ ਦੇ ਵਿੱਚ ਆਸਟੀਓਪੋਰੋਸਿਸ ਜਿਹੜਾ ਹੈਗਾ, ਜਿਹਨੂੰ ਹੱਡੀਆਂ ਦਾ ਖੋਖਲਾਪਣ, ਹੱਡੀਆਂ ਖੋਖਲੀਆਂ ਹੋਣੀ ਸ਼ੁਰੂ ਹੋ ਜਾਂਦੀਆਂ ਨੇ, ਟੁੱਟਣ ਲੱਗ ਜਾਂਦੇ ਨੇ, ਇਹ ਆਸਟੀਓਪੋਰੋਸਿਸ ਜਿਹੜਾ ਹੈਗਾ ਇਹ ਵਿਟਾਮਿਨ ਡੀ ਦੀ ਕਮੀ ਕਾਰਨ ਇਹ ਰੋਗ ਆਉਂਦਾ। ਆਸਟੀਓਮਲੇਸ਼ੀਆ ਵੀ ਕਹਿੰਦੇ ਆ ਲੋਕ। ਦੂਜੇ ਪਾਸੇ ਲਗਾਤਾਰ ਜੇ ਵਿਟਾਮਿਨ ਡੀ ਦੀ ਕਮੀ ਹੋ ਜੇ ਤਾਂ ਬੰਦੇ ਜਿਹੜੀ ਗੱਲ ਹੈਗੀ ਹੈ, ਰਾਤ ਨੂੰ ਸੌਂਦੇ ਨੇ, ਸਵੇਰੇ ਵੇਲੇ ਫਰੈਸ਼ ਨਹੀਂ ਹੁੰਦੇ, ਦਿਨ ਦੇ ਵਿੱਚ ਵੀ ਉਹਨੂੰ ਨੀਂਦ ਆਈ ਜਾਂਦੀ ਹੈ ਬੈਠਿਆਂ ਨੂੰ। ਫਿਰ ਉਹਨਾਂ ਦਾ ਬ੍ਰੇਨ ਫੰਕਸ਼ਨਿੰਗ ਦੇ ਵਿੱਚ ਬਹੁਤ ਕਮੀ ਆ ਜਾਂਦੀ ਹੈ, ਯਾਦਾਸ਼ਤ ਵੀ ਕਮੀ ਆਉਣ ਲੱਗ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਕਿਤੇ ਵੀ ਫਰੈਸ਼ਨੈਸ ਨਹੀਂ ਨਜ਼ਰ ਆਉਂਦੀ। ਜੇ ਬੰਦੇ ਦੇ ਬਾਲ ਝੜਦੇ ਹੋਣ ਤਾਂ ਬਾਲ ਵੀ ਹੋਰ ਝੜਨ ਲੱਗ ਜਾਂਦੇ ਨੇ। ਜੇ ਬੰਦੇ ਨੂੰ ਕੋਈ ਲੰਗਸ ਦੀ ਬਿਮਾਰੀ ਹੋਵੇ ਤਾਂ ਉਹ ਪਰਮਾਨੈਂਟ ਹੋ ਜਾਂਦੀ ਹੈ। ਜੇ ਉਹਨੂੰ ਕੋਈ ਬਾਰ-ਬਾਰ ਬੁਖਾਰ ਚੜ੍ਹਦਾ ਹੋਵੇ, ਵਿਟਾਮਿਨ ਡੀ ਦੀ ਕਮੀ ਤੋਂ ਬਾਅਦ ਉਹਦਾ ਇਮਿਊਨਿਟੀ ਇੰਨੀ ਕਮਜ਼ੋਰ ਹੋ ਜਾਂਦੀ ਹੈ ਕਿ ਬੁਖਾਰ ਉਹਨੂੰ ਤਕਰੀਬਨ 2-3-4 ਦਿਨਾਂ ਬਾਅਦ ਚੜ੍ਹਨ ਲੱਗ ਜਾਂਦਾ ਹੈ। ਖਾਂਸੀ ਵੱਧ ਜਾਂਦੀ ਹੈ ਉਹਨੂੰ, ਜ਼ੁਕਾਮ ਵੱਧ ਜਾਂਦਾ ਉਹਨੂੰ, ਫੇਫੜਿਆਂ ਨੂੰ ਪ੍ਰੋਬਲਮ ਆ ਜਾਂਦੀ ਹੈ। ਫਿਰ ਉਹਨੂੰ ਤੁਰਦੇ ਹੋਏ ਸਾਹ ਚੜ੍ਹਨ ਲੱਗ ਜਾਂਦਾ ਹੈ, ਜੋੜ ਦੁਖਣ ਲੱਗ ਜਾਂਦੇ ਨੇ, ਹੱਡਾਂ ਪੈਰਾਂ ਦੇ ਵਿੱਚ ਪੇਨ ਰਹਿਣ ਲੱਗ ਜਾਂਦੀ ਹੈ। ਮਤਲਬ ਜੋ ਤੁਸੀਂ ਕਹਿ ਦਿਓ ਵਿਟਾਮਿਨ ਡੀ ਨਾਲ ਓਨਾ ਵੱਡਾ ਨੁਕਸਾਨ ਹੁੰਦਾ ਵੀ ਜਿੰਨਾ ਕਿਸੇ ਵੀ ਵਿਟਾਮਿਨ ਨਾਲ ਹੋਰ ਨਹੀਂ ਹੁੰਦਾ। ਵਿਟਾਮਿਨ ਡੀ ਅਹਿਮ ਰੋਲ ਬਾਡੀ ਦੇ ਵਿੱਚ, ਬਾਡੀ ਨੂੰ ਠੀਕ ਰੱਖਣ ਦੇ ਵਿੱਚ ਵਿਟਾਮਿਨ ਡੀ ਦਾ। ਈਵਨ ਜੇ ਤੁਸੀਂ ਇਹ ਕਹਿ ਦਿਓ ਕਿ ਵਿਟਾਮਿਨ ਡੀ ਇੱਕ ਕੈਂਸਰਸ ਰੋਗ ਹੈ ਤਾਂ ਵੀ ਘੱਟ ਨਹੀਂ। ਅੱਛਾ ਜੀ। ਹਾਂਜੀ। ਤੇ ਪਰ ਡਾਕਟਰ ਸਾਹਿਬ, ਵਿਟਾਮਿਨ ਡੀ ਐਕਸਰੇ 'ਚ ਤਾਂ ਕਿਸੇ 'ਚ ਆਉਂਦਾ ਨਹੀਂ, ਸਕੈਨ 'ਚ ਤਾਂ ਕਿਸੇ 'ਚ ਆਉਂਦਾ ਨਹੀਂ ਜੀ। ਵਿਟਾਮਿਨ ਡੀ ਬਲੱਡ ਦੇ ਵਿੱਚੋਂ ਟੈਸਟ ਕਰਨ 'ਚ ਆਉਂਦਾ ਹੈ, ਜਾਂ ਇਹਦੀਆਂ ਸਿੰਪਟਮਾਂ ਤੋਂ ਪਤਾ ਲੱਗਦਾ ਹੈ। ਜਦੋਂ ਤੁਹਾਡੀਆਂ ਹੱਡੀਆਂ ਖੋਖਲੀਆਂ ਹੋਣ ਲੱਗ ਜਾਣ, ਜਿਹੜੀਆਂ ਹੱਥਾਂ ਪੈਰਾਂ ਦੀਆਂ ਜਿਹੜੀਆਂ ਗੱਠਾਂ ਨੇ ਇਹਨਾਂ ਵਿੱਚ ਪੇਨ ਹੋਣ ਲੱਗ ਜੇ, ਉਂਗਲੀਆਂ ਮੁੜਨੋਂ ਹਟ ਜਾਣ, ਗੋਡੇ ਦੁਖਣ ਲੱਗ ਜਾਂਦੇ ਨੇ, ਅਤੇ ਇੱਦਾਂ ਤੁਹਾਡੇ ਚਿਹਰੇ ਦੇ ਕਲਰ ਵੀ ਜਿਹੜਾ ਹੈਗਾ ਪਿੰਕ ਦੀ ਬਜਾਏ ਵਾਈਟ ਹੋਣਾ ਸ਼ੁਰੂ ਹੋ ਜਾਂਦਾ ਹੈ, ਬਾਡੀ ਦਾ ਵੇਟ ਘਟਣਾ ਸ਼ੁਰੂ ਹੋ ਜਾਂਦਾ। ਬੜਾ ਕੁਛ ਹੈ ਜੀ ਵਿਟਾਮਿਨ ਡੀ ਨਾਲ ਜਿਹੜਾ ਕੁਛ ਆਉਂਦਾ। ਉਹ ਸਿੰਪਟਮਾਂ ਤੋਂ ਪਤਾ ਲੱਗ ਜਾਂਦਾ ਕਿ ਵਿਟਾਮਿਨ ਡੀ ਦੀ ਕਮੀ ਹੋ ਰਹੀ ਹੈ। ਨੀਂਦ ਤੁਹਾਨੂੰ 8 ਘੰਟੇ ਰਾਤ ਨੂੰ ਪੂਰੀ ਲੈ ਕੇ ਦਿਨ 'ਚ ਵੀ ਤੁਹਾਨੂੰ ਬਾਰ-ਬਾਰ ਨੀਂਦ ਆਉਂਦੀ ਹੈ, ਉਹ ਨੀਂਦ ਲੈਣ ਦੇ ਬਾਵਜੂਦ ਵੀ ਤੁਸੀਂ ਫਰੈਸ਼ ਨਹੀਂ ਹੁੰਦੇ। ਕਿੰਨੀਆਂ ਗੱਲਾਂ ਨੇ ਜਿਹੜੀਆਂ ਵਿਟਾਮਿਨ ਡੀ ਦਾ ਕਾਰਨ ਨੇ। ਜੀ ਜੀ। ਪਰ ਫਿਰ ਡਾਕਟਰ ਸਾਹਿਬ, ਇੱਥੇ ਸਵਾਲ ਇਹ ਹੈ ਕਿ ਵਿਟਾਮਿਨ ਡੀ ਹੈ ਜਿਹੜਾ, ਅਸੀਂ ਤਾਂ ਕਦੇ ਪਹਿਲਾਂ ਸੁਣੇ ਸੀ ਕਿ ਵਿਟਾਮਿਨ ਡੀ ਦੀ ਵੀ ਘਾਟ ਹੋ ਗਈ, ਤੇ ਫਿਰ ਸਾਡੇ ਸਮਾਜ ਦੇ ਵਿੱਚੋਂ, ਸਾਡੇ ਸੱਭਿਆਚਾਰ ਦੇ ਵਿੱਚੋਂ ਇਹ ਬਿਮਾਰੀ ਆਈ ਕਿਵੇਂ ਜੀ ਡਾਕਟਰ ਸਾਹਿਬ? ਇਹ ਵਿਟਾਮਿਨ ਡੀ ਦਾ ਮੇਨ ਮੁੱਦਾ ਕਾਰਨ ਜਿਹੜਾ ਸਾਡੀ ਲੇਟੈਸਟ ਰਿਸਰਚ ਹੈ, ਜਿਹੜੀ ਆ ਕੋਲੈਸਟਰੋਲ ਦੀ ਰੌਲਾ ਪਾਇਆ ਸੀ ਇਹਨਾਂ ਨੇ, ਸਾਇੰਸਦਾਨਾਂ ਨੇ ਹਾਰਟ ਦੇ ਕੋਲੈਸਟਰੋਲ ਦਾ ਰੌਲਾ ਪਾਇਆ ਸੀ। ਐਕਚੁਅਲੀ ਵਿਟਾਮਿਨ ਡੀ ਦੀ ਕਮੀ ਦਾ ਕਾਰਨ ਇਹ ਸਾਇੰਸ ਦੀ ਰਿਸਰਚ ਹੀ ਹੈਗੀ ਹੈ। ਇਹ ਖਿਲਵਾੜਾ ਕਰ ਰਹੀ ਹੈ ਸਾਇੰਸ ਬਾਡੀ ਦਾ, ਐਕਚੁਅਲੀ ਰਿਸਰਚ ਨਹੀਂ ਕਰ ਰਹੀ। ਤੁਸੀਂ ਦੇਖਿਆ ਹੋਣਾ, ਮੈਂ ਤੁਹਾਨੂੰ ਜਿਹੜੀ ਗੱਲ ਦੱਸਣ ਲੱਗਿਆ ਕਿ ਵਿਟਾਮਿਨ ਡੀ ਨੂੰ ਈਵਨ ਜੇ ਬਾਡੀ ਦੇ ਵਿੱਚ ਕੋਲੈਸਟਰੋਲ ਘੱਟ ਹੋਵੇ, ਬਾਡੀ ਵਿਟਾਮਿਨ ਡੀ ਨਹੀਂ ਬਣਾਉਂਦੀ। ਤੁਹਾਨੂੰ ਬੜੀ ਹੈਰਾਨੀ ਦੀ ਗੱਲ ਹੋਊਗੀ। ਈਵਨ ਵਿਟਾਮਿਨ ਡੀ ਦੇ ਵਿੱਚ ਜਿਹੜੇ ਪੂਰੇ ਕਰਨ ਦੇ ਸੋਰਸ ਨੇ, ਉਹਨਾਂ ਵਿੱਚੋਂ ਮੇਨ ਸੋਰਸ ਜਿਹੜਾ ਹੈਗਾ ਸੂਰਜ ਦੀ ਧੁੱਪ ਹੈਗੀ ਹੈ। ਸੂਰਜ ਦੀ ਧੁੱਪ ਨਾਲ ਬਾਡੀ ਜਿਹੜੀ ਹੈਗੀ ਵਿਟਾਮਿਨ ਡੀ ਨੂੰ ਤਾਂ ਅਬਜ਼ੌਰਵ ਕਰੂਗੀ ਜੇ ਸਾਡੀ ਬਾਡੀ ਦੇ ਵਿੱਚ ਕੋਲੈਸਟਰੋਲ ਦੀ ਲੇਅਰ ਪੂਰੀ ਹੈਗੀ ਹੈ। ਕਿ ਬਾਡੀ ਦੀਆਂ 3 ਲੇਅਰ ਨੇ ਸਕਿਨ ਦੀਆਂ, ਪਹਿਲੀਆਂ ਫਸਟ, ਸੈਂਟਰਲ ਅਤੇ ਇਨਰ ਲੇਅਰ ਦੇ ਥੱਲੇ ਸਕਿਨ ਦੇ ਕੋਲੈਸਟਰੋਲ ਦੀ ਲੇਅਰ ਹੁੰਦੀ ਹੈ, ਜਿਹਨੂੰ ਫੈਟ ਲੇਅਰ ਕਹਿੰਦੇ ਨੇ। ਜੇ ਉਹ ਫੈਟ ਲੇਅਰ ਘੱਟ ਜੇ ਤਾਂ ਬਾਡੀ ਜਿਹੜੀ ਹੈ ਸੂਰਜ ਦੀ ਜਿਹੜੀ ਹੈਗੀ ਧੁੱਪ ਨਾਲ ਵੀ, ਜਿਹੜਾ ਸਭ ਤੋਂ ਵੱਡਾ ਸੋਰਸ ਹੈਗਾ, ਉਹਦੇ ਨਾਲ ਵੀ ਵਿਟਾਮਿਨ ਡੀ ਨੂੰ ਪੂਰਾ ਨਹੀਂ ਕਰਦੀ। ਤੇ ਫਿਰ ਡਾਕਟਰ ਸਾਹਿਬ, ਪਰ ਤੁਸੀਂ ਤਾਂ ਅੱਜ ਨਵੀਂ ਗੱਲ, ਬੜੀ ਨਵੀਂ ਰਿਸਰਚ ਤੁਸੀਂ ਦੱਸੀ ਹੈ। ਲੋਕ ਤਾਂ ਕਹਿੰਦੇ ਨੇ ਜੀ, ਡਾਕਟਰ ਕਹਿੰਦੇ ਜੇ ਵਿਟਾਮਿਨ ਡੀ ਘਟ ਗਿਆ ਤੇ ਤੁਸੀਂ ਧੁੱਪੇ ਬੈਠ ਜਾਓ। ਜਿਹੜੀ ਧੁੱਪੇ ਵਿਟਾਮਿਨ ਡੀ ਜਿਹੜੀ ਬਾਡੀ ਨੇ ਅਬਜ਼ੌਰਬ ਕਰਨਾ ਹੈ, ਪਹਿਲੀ ਗੱਲ ਤਾਂ ਹੈਗੀ ਸਕਿਨ ਨੇ ਕਰਨਾ ਹੈ। ਕੱਪੜਿਆਂ 'ਚ ਵਿਟਾਮਿਨ ਡੀ ਕਦੇ ਅਬਜ਼ੌਰਬ ਨਹੀਂ ਹੁੰਦਾ, ਡਾਇਰੈਕਟ ਸਕਿਨ ਨਾਲ ਹੋ। ਸਕਿਨ ਦੇ ਵਿੱਚ ਜਿਹੜੇ ਪੋਰ ਨੇ ਉਹਨਾਂ ਦੇ ਥਰੂ ਜਿਹੜਾ ਵਿਟਾਮਿਨ ਡੀ ਬਾਡੀ ਦੇ ਵਿੱਚ ਜਾਣਾ ਹੈ, ਉਹਦਾ ਇਫੈਕਟ ਸਿੱਧਾ ਆ ਕੇ ਸਕਿਨ ਦੀ ਥੱਲੇ ਜਿਹੜੀ ਲੇਅਰ ਹੈਗੀ ਹੈ, ਜਿਹੜੀ ਥੱਲੇ ਫੈਟ ਲੇਅਰ ਹੈਗੀ ਹੈ, ਉਹਨੇ ਅਬਜ਼ੌਰਬ ਕਰਨਾ ਹੈ। ਉਹਨੇ ਅਬਜ਼ੌਰਬ ਕਰਨ ਤੋਂ ਬਾਅਦ ਬਾਡੀ 'ਚ ਭੇਜਣਾ ਹੈ। ਬਾਡੀ ਤੋਂ ਬਾਅਦ ਉਹ ਜਾ ਕੇ ਖੂਨ 'ਚੋਂ ਫਿਰ ਸਾਡੇ ਲੀਵਰ ਦੇ ਵਿੱਚ ਜਮ੍ਹਾਂ ਹੋ ਕੇ ਰਹਿ ਜਾਂਦਾ। ਵਿਟਾਮਿਨ ਡੀ ਕਿਉਂਕਿ ਬਾਡੀ ਦੇ ਵਿੱਚ ਜਮ੍ਹਾਂ ਹੋ ਜਾਂਦਾ, ਕੈਲਸ਼ੀਅਮ ਜਮ੍ਹਾਂ ਨਹੀਂ ਹੁੰਦਾ। ਕੈਲਸ਼ੀਅਮ ਬਾਡੀ ਨੂੰ ਰੋਜ਼ ਬਣਾਉਣਾ ਪੈਂਦਾ, ਵਿਟਾਮਿਨ ਡੀ ਜਿਹੜਾ ਜਮ੍ਹਾਂ ਹੋਇਆ ਰਹਿੰਦਾ। ਪਰ ਕੈਲਸ਼ੀਅਮ ਨੂੰ ਅਬਜ਼ੌਰਬ ਕਰਨ ਲਈ ਵਿਟਾਮਿਨ ਡੀ ਦੀ ਮੇਨ ਲੋੜ ਹੈ। ਅਗਰ ਵਿਟਾਮਿਨ ਡੀ ਬਾਡੀ ਵਿੱਚ ਨਹੀਂ ਹੋਊਗਾ ਤਾਂ ਬਾਡੀ ਕੈਲਸ਼ੀਅਮ ਨੂੰ ਅਬਜ਼ੌਰਬ ਨਹੀਂ ਕਰਦੀ। ਈਵਨ ਵਿਟਾਮਿਨ ਡੀ ਦੇ ਨਾਲ ਜੇ ਕਿਤੇ ਕਮੀ ਹੋਣ ਲੱਗ ਜੇ, ਸਾਡਾ B12 ਵਿਟਾਮਿਨ ਵੀ ਘਟਣ ਲੱਗ ਜਾਂਦਾ।
B12 ਵਿਟਾਮਿਨ ਦਾ ਵੀ ਵਿਟਾਮਿਨ ਡੀ ਵਰਗਾ ਹੀ ਰੋਲ ਹੈ ਸਾਡੀ ਬੋਡੀ ਦੇ ਵਿੱਚ, ਸਾਡੀ ਯਾਦਾਸ਼ਤ ਲਈ, ਸਾਡੀ ਥਿੰਕਿੰਗ ਲਈ, ਸਾਡੇ ਸੌਣ ਲਈ, ਸਾਡੇ ਡਿਸੀਜਨ ਲਈ, ਸਾਡੇ ਅਗਰ ਫੇਕਲ ਡਿਸੀਜਨ ਕਰਨ ਲੱਗੇ ਤਾਂ ਬੰਦੇ ਤੋਂ ਡਿਸੀਜਨ ਨਹੀਂ ਹੁੰਦੇ, ਸਾਰੇ ਵਿਟਾਮਿਨ ਏ ਡੀ ਤੋਂ ਬਾਅਦ ਫਿਰ ਵਿਟਾਮਿਨ ਬੀ 'ਤੇ ਆ ਕੇ ਗੱਲ ਹੁੰਦੀ ਹੈ। ਇਸ ਕਰਕੇ ਇਹ ਅਹਿਮ ਵਿਟਾਮਿਨ ਹੈ ਬੋਡੀ ਦੇ ਵਿੱਚ, ਜਿਹੜਾ ਬੋਡੀ ਨੂੰ ਦੇ ਫੰਕਸ਼ਨ ਨੂੰ ਸਹੀ ਚਲਾਉਂਦਾ। ਜੀ ਜੀ। ਤੇ ਡਾਕਟਰ ਸਾਹਿਬ ਵਿਟਾਮਿਨ ਡੀ ਦੀ ਜਿਹੜੀਆਂ ਤੁਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਜੋ ਸੰਕੇਤ ਹੈਗੇ ਨੇ ਕਿ ਇਹ ਸੰਕੇਤ ਹੁੰਦੇ ਨੇ, ਤੁਸੀਂ ਦੱਸਦੇ ਨੇ, ਤੇ ਫਿਰ ਜਿਹੜੇ ਵਿਟਾਮਿਨ ਡੀ ਦੀਆਂ ਤਾਂ ਦਵਾਈਆਂ ਵੀ ਬੜੀਆਂ ਆ ਰਹੀਆਂ ਨੇ ਜੀ। ਜੇ ਤੁਸੀਂ ਦੱਸ ਰਹੇ ਹੋ ਕਿ ਕੋਲੇਸਟ੍ਰੋਲ ਘੱਟ ਹੈ ਤੇ ਫਿਰ ਉਹਨਾਂ ਦਾ ਕੋਈ ਅਸਰ ਹੋਣ ਵਾਲਾ ਹੈ ਜੀ? ਹਾਂਜੀ, ਤੁਸੀਂ ਦੇਖਿਆ ਹੋਣਾ ਵਿਟਾਮਿਨ ਡੀ ਜਦੋਂ ਘਟ ਜੇ ਉਹਦੇ ਨਾਲ ਜਿਹੜੀਆਂ ਵੀ ਦਵਾਈਆਂ ਵਿਟਾਮਿਨ ਡੀ ਨੂੰ ਪੂਰਾ ਕਰਦੀਆਂ ਨੇ ਸਾਰੀਆਂ ਉਹ ਫੈਟ ਵਾਲੀਆਂ ਹੁੰਦੀਆਂ ਨੇ। ਦੇਖੋ ਵਿਟਾਮਿਨ ਡੀ ਜੇ ਬੋਡੀ ਵਿੱਚੋਂ ਘਟ ਜੇ, ਦੇਸੀ ਜਿਹੜੀਆਂ ਸਾਡੀਆਂ ਆਮ ਧੁੱਪ ਦੇ ਵਿੱਚ ਫਿਰਦੀਆਂ ਮੁਰਗੀਆਂ ਨੇ ਉਹਦੀ ਜਿਹੜੀ ਜਰਦੀ ਹੈਗੀ ਆਂਡੇ ਦੀ ਉਹਦੇ ਨਾਲ ਪੂਰਾ ਹੋਣਾ, ਰਾਈਟ। ਫਿਰ ਫੈਟੀ ਫਿਸ਼ ਨਾਲ ਪੂਰਾ ਹੋਣਾ, ਫੈਟੀ ਫਿਸ਼ ਨਾਲ। ਫਿਰ ਮਸ਼ਰੂਮ ਨਾਲ ਪੂਰਾ ਹੋਣਾ, ਮਸ਼ਰੂਮ ਦੇ ਵਿੱਚ ਵੀ ਇੱਕ ਫੈਟ ਹੈਗੀ ਹੈ ਜਿਹਦੇ ਨਾਲ ਪੂਰਾ ਹੁੰਦਾ। ਫਿਰ ਉਸ ਤੋਂ ਅੱਗੇ ਔਰੇਂਜ ਹੈਗਾ ਇੱਕ ਸੋਰਸ, ਉਹ ਹੈਗਾ, ਉਹਦੇ ਨਾਲ ਪੂਰਾ ਹੋਣਾ। ਮਤਲਬ ਜਿੰਨਾ ਫਿਰ ਤੁਸੀਂ ਉਹ ਈਵਨ ਸ਼ਿਪ ਜਿਹਨੂੰ ਆਪਾਂ ਕਹਿੰਦੇ ਮੋਤੀ ਜਿਹੜਾ ਹੈਗਾ, ਮੋਤੀ ਭਸਮ ਨਾਲ ਪੂਰਾ ਹੋਣਾ, ਜਾਂ ਫਿਸ਼ ਲਾਰ ਦੀ ਭਸਮ ਹੈਗੀ ਉਹਦੇ ਨਾਲ ਪੂਰਾ ਹੋਣਾ। ਇਹ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਫੈਟ ਵਾਲੀਆਂ ਵਿਟਾਮਿਨ ਡੀ ਉਹਨਾਂ ਨਾਲ ਹੀ ਪੂਰਾ ਹੋਣਾ। ਜੇ ਬਾਡੀ ਦੇ ਵਿੱਚ ਉਹ ਫੈਟ ਦੀ ਲੇਅਰ ਜਦੋਂ ਖਤਮ ਹੁੰਦੀ ਹੈ ਤਾਂ ਬਾਡੀ ਵਿਟਾਮਿਨ ਡੀ ਨੂੰ ਅਬਜ਼ਰਵ ਕਰਨਾ ਬੰਦ ਕਰ ਦਿੰਦੀ ਹੈ। ਸਾਡੇ ਲੀਵਰ ਦੇ ਵਿੱਚ ਵੀ ਫਿਰ ਉਹ ਡਿਪੋਜ਼ਿਟ ਹੋ ਕੇ ਨਹੀਂ ਰਹਿੰਦਾ। ਇੰਟੈਸਟਾਈਨ ਵੀ ਵਿਟਾਮਿਨ ਡੀ ਨੂੰ ਬਣਾਉਣਾ ਜਿਹੜਾ ਬਹੁਤ ਸਲੋ ਕਰ ਦਿੰਦੀ ਹੈ, ਇਸ ਕਰਕੇ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ। ਜਿਹੜੀ ਦੁਨੀਆ ਦੇ ਵਿੱਚ ਜਿੰਨੀਆਂ ਹਾਰਟ ਦੀਆਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸਾਰਾ ਵਿਟਾਮਿਨ ਡੀ ਨੂੰ ਘਟਾਉਂਦੀਆਂ ਨੇ। ਮੇਨ ਜਿਹੜਾ ਸਭ ਤੋਂ ਵੱਡਾ ਵਿਟਾਮਿਨ ਡੀ ਦਾ ਕਮੀ ਹੋਣ ਦਾ ਕਾਰਨ ਸਾਡੀਆਂ ਹਾਰਟ ਦੀਆਂ ਬਿਮਾਰੀਆਂ ਨੇ, ਜਾਂ ਮਾਡਰਨ ਸਾਇੰਸ ਹੈਗੀ ਹੈ ਜਿਹੜਾ ਵਿਟਾਮਿਨ ਡੀ ਨੂੰ ਕਮੀ ਕਰ ਰਹੀ ਹੈ। ਈਵਨ ਮਾਡਰਨ ਸਾਡਾ ਜਿਹੜਾ ਕੰਮ ਕਰਨ ਦਾ ਢੰਗ ਹੈ, ਜਿਹੜੇ ਬੰਦੇ ਇੰਡੋਰ ਕੰਮ ਕਰਦੇ ਨੇ, ਏਸੀਆਂ 'ਚ ਕੰਮ ਕਰਦੇ ਨੇ, ਏਸੀ ਗੱਡੀਆਂ 'ਚ ਲਗਾਤਾਰ ਰਹਿੰਦੇ ਨੇ, ਉਹਨਾਂ ਦੇ ਲਗਭਗ ਜਿਹਦੇ ਵੀ ਤੁਸੀਂ ਵਿਟਾਮਿਨ ਡੀ ਚੈੱਕ ਕਰਾਓਗੇ ਉਹਨਾਂ ਵਿੱਚੋਂ ਜੇ 100 ਦੇ ਵਿਟਾਮਿਨ ਡੀ ਚੈੱਕ ਕਰਾਓਗੇ 90 ਬੰਦਿਆਂ ਦਾ ਘੱਟ ਹੋਊਗਾ। ਤੇ ਡਾਕਟਰ ਸਾਹਿਬ ਫਿਰ ਇਹੀ ਕਾਰਨ ਹੈ ਕਿ ਦੁਬਈ ਵਰਗੇ, ਸਾਊਦੀ ਅਰਬ, ਜਿੱਥੇ ਅਰਬ ਕੰਟਰੀਆਂ ਦੇ ਵਿੱਚ ਸਾਡੇ ਪੰਜਾਬੀ ਗਏ ਨੇ, ਉਹਨਾਂ ਦੀ ਸ਼ਿਕਾਇਤ ਇਹ ਹੈ ਕਿ ਜੀ ਸਾਡੀ ਬੋਡੀ ਦੇ ਵਿੱਚੋਂ ਵਿਟਾਮਿਨ ਡੀ ਘਟ ਗਿਆ, ਤੇ ਤਾਂ ਧੁੱਪ ਹੀ ਬੜੀ ਪੈਂਦੀ ਹੈ ਜੀ। ਤੇ ਜੇ ਤੁਸੀਂ ਧੁੱਪ ਦੀ ਗੱਲ ਕਰਦੇ ਹੋ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਤੇ ਧੁੱਪ ਤਾਂ ਉੱਥੇ ਬਹੁਤ ਹੈ ਜੀ। ਉਹਦਾ ਰੀਜ਼ਨ ਧੁੱਪ ਨਹੀਂ ਜੀ, ਧੁੱਪ 'ਚ ਤਾਂ ਉਹ ਕੰਮ ਕਰਦੇ ਹੀ ਨਹੀਂ, ਕਿਉਂਕਿ ਉਹਨਾਂ ਦਾ ਪਹਿਲਾ ਸਿਸਟਮ ਸੀਗਾ ਧੁੱਪੇ ਕੰਮ ਕਰਨਾ। ਉਹਨਾਂ ਨੇ ਆਪਦੇ ਊਂਟ ਲੈ ਕੇ ਤੁਰੇ ਫਿਰ ਜਾਣਾ, ਖਜੂਰਾਂ ਇਕੱਠੀਆਂ ਕਰਦੇ ਫਿਰ ਜਾਣਾ, ਸਾਰੀ ਧੁੱਪ ਸੀ। ਹੁਣ ਉਹਨਾਂ ਕੋਲ ਜਿਹੜੀ ਹੈਗੀ ਇੱਕ ਇਨਡੋਰ ਕੰਮ ਹੈ। ਸਾਰੇ ਕਿਤੇ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਇੰਡਸਟਰੀਜ਼ ਹੈਗੀਆਂ ਨੇ, ਜਿੰਨੇ ਮਾਲ ਹੈਗੇ ਨੇ, ਜਾਂ ਕਾਰਾਂ ਹੈਗੀਆਂ ਨੇ, ਜਾਂ ਘਰ ਨੇ, ਸਾਰੇ ਉਹਨਾਂ ਨੇ ਏਸੀ ਬਣਾ ਲਏ। ਧੁੱਪ ਨੂੰ ਤਾਂ ਉਹਨੂੰ ਇੱਕ ਤਰ੍ਹਾਂ ਦੀ ਐਂ ਲੱਗਦਾ ਜਿਵੇਂ ਧੁੱਪ ਨਾਲ ਉਹਨਾਂ ਦੀ ਲੜਾਈ ਹੋ ਗਈ ਹੋਵੇ। ਧੁੱਪ ਨੂੰ ਤਾਂ ਉਹ ਆਪਣੇ ਸਰੀਰ ਨੂੰ ਲੱਗਣੇ ਨਹੀਂ ਦਿੰਦੇ। ਇਸੇ ਕਾਰਨ ਵਿਟਾਮਿਨ ਡੀ ਦੀ ਉੱਥੇ ਕਮੀ ਆਈ ਹੈ। ਜਿਹੜਾ ਮਾਡਰਨ ਆਰਕੀਟੈਕਚਰ, ਮਾਡਰਨ ਜਿਹੜੀ ਸਾਇੰਟੀਫਿਕ ਹੈਲਥ ਦੀ ਰਿਸਰਚ, ਵਿਟਾਮਿਨ ਡੀ ਦੀ ਕਮੀ ਦਾ ਕਾਰਨ ਮੇਨ ਮੁੱਦੇ ਦੋ ਇਹ ਨੇ। 90% ਵਿਟਾਮਿਨ ਡੀ ਦੀ ਕਮੀ ਦਾ ਕਾਰਨ ਮਾਡਰਨ ਰਿਸਰਚ, ਮਾਡਰਨ ਆਰਕੀਟੈਕਚਰ, ਮਾਡਰਨ ਲਿਵਿੰਗ, ਇਹ ਨੇ। ਡਾਕਟਰ ਸਾਹਿਬ ਅਸੀਂ ਤੇ ਸਾਡੇ ਸਮਾਜ ਦੇ ਵਿੱਚ ਤਾਂ ਅਸੀਂ ਬੜੀ ਗਰਵ ਨਾਲ ਗੱਲ ਕਰਦੇ ਹਾਂ ਜੀ, ਸਾਡਾ ਬੱਚਾ ਤਾਂ ਏਸੀ ਤੋਂ ਬਾਹਰ ਹੀ ਨਹੀਂ ਨਿਕਲਦਾ। ਉਹਨੂੰ ਤਾਂ ਕਲਾਸਰੂਮ ਵੀ ਏਸੀ ਚਾਹੀਦੇ ਨੇ, ਉਹਨੂੰ ਵਾਸ਼ਰੂਮ ਵੀ ਏਸੀ ਚਾਹੀਦੇ ਨੇ, ਉਹਨੂੰ ਬੈੱਡਰੂਮ ਵੀ ਏਸੀ ਚਾਹੀਦੇ ਨੇ। ਤੇ ਜਿਸ ਤਰੀਕੇ ਨਾਲ ਤੁਸੀਂ ਏਸੀ ਦੀ ਗੱਲ ਕਰ ਰਹੇ ਹੋ, ਤੇ ਫਿਰ ਇਸ ਤਰ੍ਹਾਂ ਕੀ ਬਣਿਆ ਜੀ? ਇਸ ਤਰ੍ਹਾਂ ਇੱਦਾਂ ਹੈਗਾ ਜੀ, ਐਕਚੁਅਲੀ ਸਾਡੇ ਦਿਮਾਗ ਦੇ ਵਿੱਚ ਜਿਹੜਾ ਸਾਡਾ ਮਾਈਂਡ ਹੈ, ਮਾਈਂਡ ਨੂੰ ਫੀਡ ਕੀਤਾ ਜਾ ਸਕਦਾ। ਸਾਡੇ ਮਾਈਂਡ ਨੂੰ ਇਹੀ ਫੀਡ ਕੀਤਾ ਜਾ ਸਕਦਾ ਕਿ ਏਸੀ 'ਚ ਰਹਿਣਾ ਬਹੁਤ ਵਧੀਆ ਹੈਗਾ ਹੈ ਜੀ, ਏਸੀ 'ਚ ਬਹਿ ਕੇ ਪੜ੍ਹਨਾ ਬਹੁਤ ਵਧੀਆ ਹੈਗਾ, ਏਸੀ 'ਚ ਕੰਮ ਕਰਨਾ ਬਹੁਤ ਵਧੀਆ ਹੈਗਾ, ਏਅਰ ਕੰਡੀਸ਼ਨ ਦਫ਼ਤਰ ਬਹੁਤ ਅੱਛੇ ਨੇ, ਏਅਰ ਕੰਡੀਸ਼ਨ ਕਲੀਨਿਕ ਬਹੁਤ ਅੱਛੇ ਨੇ। ਉਹ ਦਿਮਾਗ ਦੇ ਵਿੱਚ, ਕਿਉਂਕਿ ਜਿੰਨੇ ਲੋਕ ਬਿਮਾਰ ਹੋਣਗੇ ਉਹਨਾਂ ਮਲਟੀਨੇਸ਼ਨਸ ਜਿਹੜੀਆਂ ਹੈਗੀਆਂ, ਜਿੰਨਾ ਡਰੱਗ ਮਾਫੀਆ ਹੈਗਾ, ਜਿਹੜਾ ਸਮਾਜ ਨੂੰ ਕਾਰਪੋਰੇਟ ਸੈਕਟਰ ਕੰਟਰੋਲ ਕਰ ਰਿਹਾ ਹੈ, ਉਹਨਾਂ ਦਾ ਕੰਮਕਾਰ ਚੱਲਣਾ ਹੈ, ਉਹਨਾਂ ਦਾ ਸਮਾਨ ਵਿਕਣਾ ਹੈ। ਇਸ ਕਰਕੇ ਸਾਨੂੰ ਉਹ ਕੁਛ ਹੀ ਪੜ੍ਹਾਇਆ ਜਾ ਰਿਹਾ ਹੈ, ਉਹ ਕੁਛ ਅਸੀਂ ਪੜ੍ਹ ਕੇ ਕੰਡੀਸ਼ਨਡ ਹੋ ਰਹੇ ਹਾਂ, ਉਹੀ ਗੱਲਾਂ ਅਸੀਂ ਕਰਦੇ ਹਾਂ, ਉਸੇ ਤਰ੍ਹਾਂ ਦੀ ਅਸੀਂ ਸਿੱਖੀਆਂ ਮਾਰਦੇ ਹਾਂ ਕਿ ਅਸੀਂ ਏਸੀ 'ਚ ਰਹਿੰਦੇ ਹਾਂ, ਮੇਰੇ ਮੁੰਡੇ ਕੋਲ ਤਾਂ ਏਸੀ ਕਾਰ ਹੈ, ਮੇਰਾ ਮੁੰਡਾ ਤਾਂ ਕਦੇ ਧੁੱਪੇ ਨਹੀਂ ਗਿਆ, ਨਾ ਉਹਨੂੰ ਧੁੱਪ ਦੀ ਲੋੜ ਆ, ਮੇਰੇ ਮੁੰਡੇ ਦਾ ਸਕਿਨ ਤਾਂ ਇੰਨੀ ਨਰਮ ਅਤੇ ਨਾਜ਼ੁਕ ਬਣੀ ਹੋਈ ਹੈ। ਉਹ ਚੀਜ਼ਾਂ ਸਾਰੀਆਂ ਸਾਨੂੰ ਬਿਮਾਰੀ ਦਾ ਕਾਰਨ ਹੈ। ਜੀ ਜੀ ਜੀ। ਤੇ ਫਿਰ ਡਾਕਟਰ ਸਾਹਿਬ ਸਵਾਲ ਇੱਕ ਇਹ ਵੀ ਬਣਦਾ ਹੈ ਕਿ ਸਾਨੂੰ ਜਿਹੜਾ ਵਿਟਾਮਿਨ ਡੀ ਸਾਡੇ ਸਰੀਰ 'ਚ ਕਦੇ ਨਾ ਘਟੇ ਜਦੋਂ ਤੱਕ ਸਾਨੂੰ ਪਰਮਾਤਮਾ ਨੇ ਸਾਹਾਂ ਦੀ ਪੂੰਜੀ ਬਖਸ਼ੀ ਹੋਈ ਹੈ। ਤੁਹਾਡੀ ਵੱਡੀ ਰਿਸਰਚ ਹੈਗੀ ਹੈ, ਕਿਹੋ ਜਿਹੇ ਪ੍ਰਕੋਸ਼ਨ ਨੇ, ਕਿਹੋ ਜਿਹੀਆਂ ਸਾਵਧਾਨੀਆਂ ਨੇ ਸਾਨੂੰ ਜਿਹੜੀਆਂ ਵਰਤਣੀਆਂ ਚਾਹੀਦੀਆਂ ਨੇ? ਹਾਂਜੀ, ਮੈਂ ਪਹਿਲਾਂ ਵੀ ਦੱਸ ਕੇ ਹਟਿਆ। ਪਹਿਲੀ ਗੱਲ ਤਾਂ ਇਹ ਹੈਗੀ, ਸ਼ੀਤੀ ਜਲ ਪਾਵਕ ਗਗਨ ਸਮੀਰਾ, ਪਾਂਚ ਤਤਵ ਜੇ ਆਸਨ ਸਰੀਰਾ। ਸਾਡੇ ਸਰੀਰ ਜਿਹੜੇ 5 ਤੱਤਾਂ ਦੀ ਰਚਨਾ ਹੈ,
ਉਹਨਾਂ ਦੇ ਵਿੱਚੋਂ ਜਿਹੜੀ ਅਗਨੀ ਹੈ, ਅਗਨੀ ਸੂਰਿਆ ਦੇਵ ਦਾ ਸਾਰਾ ਪ੍ਰਕਾਸ਼ ਹੈ। ਜੇ ਅਸੀਂ ਜਿਹੜੀ ਅਗਨੀ ਹੈ, ਅਗਨੀ ਨੇ ਸਾਡੀ એનર્ਜੀ ਬਣਾਉਣੀ ਹੈ, ਅਗਨੀ ਨੇ ਸਾਡੀ ਮੂਵਮੈਂਟ ਰੱਖਣੀ ਹੈ। ਜੇ ਅਸੀਂ ਅਗਨੀ ਤੋਂ ਹੀ ਕੁਦਰਤੀ ਅਗਨੀ ਤੋਂ ਨਫ਼ਰਤ ਕਰਨ ਲੱਗੇ ਤਾਂ ਸਾਡੀ ਬੋਡੀ ਬਿਮਾਰ ਹੋ। ਸਾਰਾ ਕੁਛ ਉਸੇ ਲਈ ਦੇਣਾ ਹੈ। ਅਗਨੀ ਨੇ ਸਾਡੇ ਕਿੰਨਾ ਵਾਤਾਵਰਨ ਨੂੰ ਸ਼ੁੱਧ ਕਰਨਾ ਹੈ, ਅਗਨੀ ਨਾਲ ਹੀ ਸਾਡੇ ਫਲ ਫਰੂਟ ਪੱਕਣੇ ਨੇ, ਅਗਨੀ ਨਾਲ ਹੀ ਸਾਡੇ ਬੀਜ ਪੁੰਗਰ ਕੇ ਬਾਹਰ ਆਉਣੇ ਨੇ, ਅਗਨੀ ਨਾਲ ਹੀ ਅਸੀਂ ਸਾਡੇ ਸਰੀਰ ਨੇ ਗਰੋ ਕਰਨਾ ਹੈਗਾ। ਅਗਨੀ ਜਿਹੜਾ ਤੇਜਸ ਜਿਹਨੂੰ ਕਹਿ ਰਹੇ ਹਾਂ, ਉਹਦਾ ਬੇਸ ਸੂਰਿਆ ਦੇਵ ਹੈ। ਜਦੋਂ ਸੂਰਜ ਨੂੰ ਅਸੀਂ ਇੰਨੀ ਨਫ਼ਰਤ ਕਰਨ ਲੱਗੇ ਤਾਂ ਕੁਦਰਤ ਨਾਲ ਅਸੀਂ ਨਫ਼ਰਤ ਜਦੋਂ ਕਰਾਂਗੇ ਤਾਂ ਸਰੀਰ ਸਾਡਾ ਸਾਥ ਦੇਊਗਾ ਨਹੀਂ, ਤਾਂ ਵਿਟਾਮਿਨ ਡੀ ਹੀ ਘਟੂਗਾ, ਹੋਰ ਕੀ ਹੋਊਗਾ। ਤੇ ਫਿਰ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਹੈ ਜਾਂਦੇ ਜਾਂਦੇ, ਵਿਟਾਮਿਨ ਡੀ ਜਦੋਂ ਘਟਣਾ ਸ਼ੁਰੂ ਹੁੰਦਾ ਹੈ ਸਰੀਰ ਦੇ ਵਿੱਚ, ਇੱਕ ਤਾਂ ਸਾਨੂੰ ਪਤਾ ਲੱਗੇ ਕਿ ਇਹੀ ਵਿਟਾਮਿਨ ਡੀ ਘਟਣ ਦੇ 100% ਚਾਂਸਿਸ ਇਹ ਨੇ, ਲੇਕਿਨ ਜਦੋਂ ਹੌਲੀ ਹੌਲੀ ਘਟਣਾ ਸ਼ੁਰੂ ਹੁੰਦਾ ਉਹ ਕੋਈ ਅਲੱਗ ਸਿੰਪਟਮ ਹੁੰਦੇ ਨੇ ਇਸ ਤੋਂ? ਹਾਂ, ਉਹ ਹੌਲੀ ਹੌਲੀ ਇੱਦਾਂ ਹੈਗਾ ਕਿ ਜਦੋਂ ਧੁੱਪੇ ਨਹੀਂ ਜਾਂਦੇ ਤੁਸੀਂ, ਕਈ ਰੀਜ਼ਨ ਹੁੰਦੇ ਨੇ, ਜਾਂ ਕੋਈ ਲੀਵਰ ਦੀ ਬਿਮਾਰੀ ਹੋਵੇ, ਜਾਂ ਕੋਈ ਕਿਡਨੀ ਦੀ ਬਿਮਾਰੀ ਹੋਵੇ, ਜਾਂ ਕੋਈ ਇੰਟੈਸਟਾਈਨ ਦੀ ਬਿਮਾਰੀ ਹੋਵੇ। ਇੰਟੈਸਟਾਈਨ ਜਿਹੜੀ ਹੈਗੀ ਸਾਡੀ ਖੁਰਾਕ ਦੇ ਵਿੱਚੋਂ ਉਹਨੂੰ ਅਬਜ਼ੌਰਬ ਨਾ ਕਰਦੀ ਹੋਵੇ, ਅਸੀਂ ਧੁੱਪੇ ਜਾਂਦੇ ਨਾ ਹੋਈਏ, ਉਹ ਵਿਟਾਮਿਨ ਡੀ ਘਟਣ ਦੇ ਕਾਰਨ ਨੇ। ਜੇ ਅਸੀਂ ਧੁੱਪੇ ਜਾ ਰਹੇ ਹਾਂ ਤਾਂ ਸਾਡੇ ਇਟ ਮੀਨ ਸਾਡਾ ਕੋਲੈਸਟਰੋਲ ਡਿਸਟਰਬ ਹੋਇਆ ਹੈ, ਤਾਂ ਪੂਰਾ ਨਹੀਂ ਹੋ ਰਿਹਾ। ਇਹ ਕਈ ਰੀਜ਼ਨ ਨੇ ਜਿਹੜੇ ਇਹਦੇ ਕਾਰਨ ਨੇ। ਜਾਂ ਅਸੀਂ ਉਹ ਖੁਰਾਕ ਨਹੀਂ ਖਾ ਰਹੇ ਜਿਸ 'ਚ ਵਿਟਾਮਿਨ ਡੀ ਹੈ। ਜਸਟ ਫਾਰ ਐਗਜ਼ਾਮਪਲ, ਇੱਕ ਬੰਦਾ ਵੈਸ਼ਨੂੰ ਹੈ, ਉਹ ਮਸ਼ਰੂਮ ਵੀ ਨਹੀਂ ਖਾ ਰਿਹਾ, ਉਹ ਸੰਤਰੇ ਵੀ ਨਹੀਂ ਖਾ ਰਿਹਾ, ਉਹ ਧੁੱਪੇ ਵੀ ਨਹੀਂ ਜਾ ਰਿਹਾ, ਤਾਂ ਉਹਦਾ ਵਿਟਾਮਿਨ ਡੀ ਹੀ ਕਮੀ ਹੋਊਗੀ। ਇੱਕ ਬੰਦਾ ਦੂਸਰੇ ਪਾਸੇ ਦੂਜੀਆਂ ਖੁਰਾਕਾਂ ਖਾਣ ਵਾਲਾ ਵੀ ਹੈ, ਉਹ ਅੰਡਾ ਵੀ ਨਹੀਂ ਖਾ ਰਿਹਾ, ਉਹ ਫਿਸ਼ ਵੀ ਨਹੀਂ ਖਾ ਰਿਹਾ, ਜਾਂ ਫੈਟੀ ਜਿਹੜਾ ਹੈਗਾ ਕੋਈ ਫੂਡ ਇੱਦਾਂ ਦਾ ਨਹੀਂ ਖਾ ਰਿਹਾ, ਅਤੇ ਉਹ ਧੁੱਪੇ ਨਹੀਂ ਜਾ ਰਿਹਾ, ਉਹਦਾ ਵੀ ਵਿਟਾਮਿਨ ਡੀ ਕਮੀ ਹੋਊਗੀ। ਜਾਂ ਉਹਨੂੰ ਕੋਈ ਇਸ ਤਰ੍ਹਾਂ ਦੀ ਇੰਟੈਸਟਾਈਨ ਦੀ ਜਾਂ ਕਿਡਨੀ ਦੀ ਜਾਂ ਲੀਵਰ ਦੀ ਕੋਈ ਪ੍ਰੋਬਲਮ ਹੈਗੀ ਹੈ ਜਿਹਦੇ 'ਚ ਲੀਵਰ ਉਹਨੂੰ ਵਿਟਾਮਿਨ ਡੀ ਨੂੰ ਪ੍ਰਜ਼ਰਵ ਨਹੀਂ ਕਰ ਸਕਦਾ, ਜਾਂ ਇੰਟੈਸਟਾਈਨ ਉਹਨੂੰ ਖੁਰਾਕ ਦੇ ਵਿੱਚੋਂ ਬਣਾਉਂਦੀ ਨਹੀਂ ਹੈਗੀ, ਉਹਦਾ ਰੀਜ਼ਨ ਇੱਕ ਇਹ ਵੀ ਹੋ ਸਕਦਾ ਹੈ। ਤੀਜਾ ਉਹਦਾ ਰੀਜ਼ਨ ਉਹਦੀ ਕਿਡਨੀ ਦੀ ਪ੍ਰੋਬਲਮ ਵੀ ਹੋ ਸਕਦੀ ਹੈ। ਦੋ ਤਿੰਨ ਰੀਜ਼ਨ ਇਹ ਵੀ ਨੇ ਵਿਟਾਮਿਨ ਡੀ ਦੇ। ਵੈਸੇ ਜ਼ਿਆਦਾ ਵਿਟਾਮਿਨ ਡੀ ਦਾ ਕਾਰਨ ਘਟਣ ਦਾ ਸਾਡੀਆਂ ਜਿਹੜੀਆਂ ਕੋਲੈਸਟਰੋਲ ਨੂੰ ਡਿਸਟਰਬ ਕਰਨਾ, ਅਤੇ ਜਿਹੜਾ ਅਸੀਂ ਬੋਡੀ ਫੈਟ ਨੂੰ ਘਟਾਉਣ ਲਈ ਜਿਹੜੀਆਂ ਦਵਾਈਆਂ ਖਾ ਰਹੇ ਹਾਂ ਉਹ ਨੇ, ਅਤੇ ਅਸੀਂ ਮੋਟਾਪਾ ਘਟਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਉਹ ਹੈਗੀ, ਅਤੇ ਨਾਲ ਉਹਦੇ ਸਾਡੇ ਏਸੀ ਅਤੇ ਬੰਦ ਕਮਰਿਆਂ ਦੇ ਵਿੱਚ ਰਹਿਣਾ, ਏਸੀ ਗੱਡੀਆਂ 'ਚ ਰਹਿਣਾ, ਸੂਰਜ ਦੀ ਰੋਸ਼ਨੀ ਤੋਂ ਦੂਰ ਰਹਿਣਾ, ਵੱਡਾ ਰੀਜ਼ਨ ਇਹ ਹੈਗਾ। ਇਸ ਕਰਕੇ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਸਵੇਰੇ ਸਵੇਰੇ ਉੱਠ ਕੇ ਕੋਈ ਛੋਟੀ ਟੀ ਸ਼ਰਟ ਪਾ ਕੇ ਜਾਂ ਨੀਕਰਸ ਪਾ ਕੇ ਆਪਣੀ ਬੋਡੀ ਨੂੰ ਧੁੱਪ ਜ਼ਰੂਰ ਲਵਾਈਏ, ਧੁੱਪੇ ਜ਼ਰੂਰ ਕੰਮ ਕਰੀਏ, ਥੋੜ੍ਹਾ ਸਵੈਟਿੰਗ ਵੀ ਦਈਏ ਬੋਡੀ ਨੂੰ, ਤਾਂ ਕਿ ਸਾਨੂੰ ਖੁਰਾਕ ਤੋਂ ਬਿਨਾਂ ਹੀ ਵਿਟਾਮਿਨ ਡੀ ਸੂਰਜ ਦੇਵਤੇ ਦੇ ਕੋਲੋਂ ਮਿਲ ਜੇ ਅਤੇ ਅਸੀਂ ਬਿਮਾਰ ਨਾ ਹੋਈਏ। ਜੀ ਜੀ ਜੀ। ਅਤੇ ਡਾਕਟਰ ਸਾਹਿਬ, ਵਿਟਾਮਿਨ ਡੀ ਦੀ ਜਿਹੜੀ ਕਮੀ ਹੈ ਜਿਸ ਤਰੀਕੇ ਨਾਲ ਅਗਰ ਕਿਸੇ ਨੂੰ ਆ ਜਾਂਦੀ ਹੈ, ਸਾਡੀ ਰਸੋਈ ਦੇ ਵਿੱਚ ਵੀ ਕੋਈ ਸਮਾਨ ਇੱਦਾਂ ਦਾ ਹੈਗਾ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਈਏ ਅਤੇ ਉਸ ਦਾ ਆਪਣਾ ਇਲਾਜ ਅਸੀਂ ਘਰੇਲੂ ਇਲਾਜ ਕਰ ਸਕੀਏ? ਦੇਖੋ ਜੀ, ਜਿੱਥੇ ਤੱਕ ਜਿਵੇਂ ਹੁਣ ਪੌਦੇ ਨੇ, ਇਹ ਫੋਟੋਸੈਂਥਸਿਸ ਜਿਹਨੂੰ ਆਪਾਂ ਕਹਿ ਰਹੇ ਹੈਗੇ ਆ, ਧੁੱਪ ਦੀ ਰੋਸ਼ਨੀ ਦੇ ਵਿੱਚ ਆਪਣੀ ਖੁਰਾਕ ਬਣਾਉਂਦੇ ਨੇ। ਐਵੇਂ ਜਿਹੜੀ ਬੋਡੀ ਦੀ ਮੇਨ ਖੁਰਾਕ ਹੈਗੀ ਉਹ ਧੁੱਪ ਦੀ ਰੋਸ਼ਨੀ 'ਚ ਸਾਡੀ ਵੀ ਹੈਗੀ। ਅਸੀਂ ਉਹ ਪਲਾਂਟਸ ਨੇ, ਇੱਕ ਫੋਨਾ ਇੱਕ ਫਲੋਰਾ ਹੈ, ਪਰ ਦੋਨਾਂ ਨੂੰ ਧੁੱਪ ਦੀ ਲੋੜ ਹੈ ਸਹੀ ਰਹਿਣ ਦੇ ਲਈ। ਜੇ ਪੇੜ ਨੂੰ ਵੀ ਨਹੀਂ ਪੂਰੀ ਧੁੱਪ ਮਿਲੂਗੀ ਉਹ ਵੀ ਬਿਮਾਰ ਹੋ ਜਾਣਗੇ, ਜੇ ਸਾਨੂੰ ਨਹੀਂ ਮਿਲੂਗੀ ਅਸੀਂ ਵੀ ਬਿਮਾਰ ਹੋ ਜਾਵਾਂਗੇ। ਤਾਂ ਸਾਡੀਆਂ ਜਿੰਨੀਆਂ ਸਾਰੀਆਂ ਛੋਟੀ ਛੋਟੀਆਂ ਖੁਰਾਕਾਂ ਹੈਗੀਆਂ, ਈਵਨ ਸਾਡੇ ਅਸੀਂ ਘਰਾਂ ਦੇ ਵਿੱਚ ਤਿਲ ਵੀ ਹੈਗੇ ਨੇ, ਮਸ਼ਰੂਮ ਸਾਡੇ ਕਿਚਨ 'ਚ ਅਸੀਂ ਆਮ ਹੀ ਲੈ ਕੇ ਆਉਣੇ ਆ, ਅਤੇ ਸੰਤਰੇ ਸੁੰਤਰੇ ਆਮ ਹੀ ਆਉਂਦੇ ਰਹਿੰਦੇ ਨੇ। ਇਹ ਇੱਕ ਰਸੋਈ ਨਾਲ ਰਿਲੇਟਡ ਚੀਜ਼ਾਂ ਹੈਗੀਆਂ, ਜੇ ਖਾਸ ਕੇ ਘਰਾਂ ਦੀ ਲੋੜ ਨਹੀਂ ਪੈਂਦੀ ਸਮਾਨ ਖਾਣ ਦੀ, ਜੇ ਤੁਸੀਂ ਧੁੱਪੇ ਕੰਮ ਕਰਦੇ ਹੋ। ਅਤੇ ਦੁਨੀਆ ਦੇ ਵਿੱਚ ਕਿਚਨ ਤੋਂ ਬਿਨਾਂ ਤੁਸੀਂ ਧੁੱਪੇ ਤੁਰ ਫਿਰ ਕੇ ਜੇ ਵਿਟਾਮਿਨ ਡੀ ਨੂੰ ਪੂਰਾ ਕਰਦੇ ਆ ਤਾਂ ਤੁਹਾਨੂੰ ਇੱਧਰ ਉੱਧਰ ਹੱਥ ਮਾਰਨ ਦੀ ਲੋੜ ਨਹੀਂ ਪੈਂਦੀ। ਵਿਟਾਮਿਨ ਡੀ ਮਤਲਬ ਹੱਡੀਆਂ 'ਤੇ ਕਿਉਂ ਇਫੈਕਟ ਕਰਦਾ ਹੈ? ਜਦੋਂ ਸਾਡੀ ਬਾਡੀ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਤਾਂ ਕੈਲਸ਼ੀਅਮ ਬਣਦਾ ਨਹੀਂ, ਤਾਂ ਫਿਰ ਕੀ ਕਰਦੀ ਹੈ ਬਾਡੀ ਨੂੰ? ਕੈਲਸ਼ੀਅਮ ਦੀ ਲੋੜ ਹੁੰਦੀ ਹੈ, ਉਹ ਸਾਡੀ ਹੱਡੀਆਂ ਦੇ ਵਿੱਚੋਂ ਕੈਲਸ਼ੀਅਮ ਨੂੰ ਸੱਕ ਕਰਨਾ ਸ਼ੁਰੂ ਕਰਦੀ ਹੈ। ਉਹਦੇ ਨਾਲ ਹੱਡੀਆਂ ਸਾਡੀਆਂ ਆਸਟੀਓਪਰੋਸਿਸ ਹੋ ਜਾਂਦੇ, ਖਾਲੀ ਹੋਣ ਲੱਗ ਜਾਂਦੇ ਨੇ, ਅਤੇ ਉਦੋਂ ਬਾਅਦ ਫਿਰ ਹੱਡੀਆਂ ਟੁੱਟਣ ਲੱਗ ਜਾਂਦੇ ਨੇ, ਹੋਰ ਬੜੇ ਨੁਕਸਾਨ ਹੁੰਦੇ ਨੇ। ਜਦੋਂ ਵਿਟਾਮਿਨ ਡੀ ਪੂਰਾ ਹੁੰਦਾ ਤਾਂ ਫਿਰ ਸਾਡੀਆਂ ਹੱਡੀਆਂ ਨਵੀਆਂ ਬਣਦੀਆਂ ਨੇ, ਉਹ ਪੂਰਾ ਹੋਣ ਲੱਗ ਜਾਂਦਾ। ਠੀਕ ਹੈ ਨਹੀਂ? ਇਸ ਕਰਕੇ ਵਿਟਾਮਿਨ ਡੀ ਦਾ ਹਮੇਸ਼ਾ ਧਿਆਨ ਰੱਖੋ। ਤੇ ਜਿਹੜੇ ਗੋਲੀਆਂ ਖਾ ਰਹੇ ਨੇ ਜੀ ਵਿਟਾਮਿਨ ਡੀ ਦੀ ਪੂਰੀ ਕਰਨ ਵਾਸਤੇ, ਉਹਨਾਂ ਨੂੰ ਕੀ ਸਲਾਹ ਕੀ ਦੇਵੋਗੇ? ਉਹਨਾਂ ਦੀ ਇਹ ਹੈਗਾ, ਕੋਸ਼ਿਸ਼ ਕਰਨ ਜੇ ਕੁਦਰਤੀ ਤੁਹਾਡੇ ਕੋਲ ਧੁੱਪ 'ਚ ਬੈਠ ਸਕੋ ਅਤੇ ਧੁੱਪ ਪੂਰੀ ਲੈ ਸਕੋ, ਅਤੇ ਦੂਜੀ ਨੈਚੁਰਲ ਖੁਰਾਕ ਖਾ ਸਕੋ, ਅੰਡੇ ਦੀ ਜਰਦੀ ਖਾ ਸਕੋ, ਦੇਸੀ ਅੰਡਿਆਂ ਦੀ ਸਪੈਸ਼ਲੀ, ਕਿਉਂਕਿ ਜਿਹੜੇ ਬਲੈਤੀ ਅੰਡੇ ਨੇ ਉਹਨਾਂ 'ਚ ਇੱਕ ਤੋਂ 3 ਦੀ ਰੇਸ਼ੋ ਦਾ ਫਰਕ ਹੈ। ਜੇ 1 ਯੂਨਿਟ ਅੰਗਰੇਜ਼ੀ ਅੰਡਾ ਜਿਹਨੂੰ ਆਪਾਂ ਪੋਲਟਰੀ ਫਾਰਮ ਕਹਿ ਰਹੇ ਹਾਂ ਹੈਗਾ ਉਹਦੀ ਜਰਦੀ ਦੇ ਵਿੱਚ, ਤਾਂ ਜਿਹੜਾ ਦੇਸੀ ਅੰਡਾ ਜਿਹੜੀ ਧੁੱਪੇ ਫਿਰਦੀ ਮੁਰਗੀ ਹੈ ਉਹਦੇ 'ਚ 3 ਯੂਨਿਟ ਨੇ।
ਠੀਕ ਹੈ। ਮਤਲਬ ਧੁੱਪੇ ਫਿਰਦੀ ਮੁਰਗੀ ਜਿਹੜੀ ਉਹ ਕਮਾਲ ਕਰ ਸਕਦੀ ਆ, ਆਪਾਂ ਇਹ ਕਹਿ ਸਕਦੇ ਆ। ਕਮਾਲ ਕਰ ਸਕਦਾ। ਈਵਨ ਜਿਹੜੀ ਧੁੱਪੇ ਰਹਿਣ ਵਾਲੀ ਹੈ, ਜੋ ਹੋਰ ਵੀ ਜਿੰਨੀਆਂ ਚੀਜ਼ਾਂ ਹੈਗੀਆਂ ਨੇ ਆਂਡੇ ਵਾਲੀਆਂ, ਸਾਰਿਆਂ ਦੇ ਵਿੱਚ ਹੀ ਧਰਤੀ ਦੇ ਵਿੱਚ ਤਕਰੀਬਨ ਵਿਟਾਮਿਨ ਡੀ ਹੁੰਦਾ ਹੈ। ਕਿਉਂਕਿ ਆਪਾਂ ਜਿਹੜੀ ਹੈਨ ਹੈਗੀ ਹੈ ਇਹਦੇ ਆਂਡੇ ਆਪਾਂ ਆਮ ਖਾਂਦੇ ਹਾਂ, ਵੱਧ ਕਦੇ ਆਂਡਿਆਂ ਦੇ ਵਿੱਚ ਵੀ ਹੈਗਾ, ਉਹਦੇ 'ਚ ਥੋੜ੍ਹਾ ਜਿਹਾ ਘੱਟ ਹੈ, ਉਹਦੇ ਕੰਪੈਰੇਟਿਵਲੀ ਮੁਰਗੀਆਂ 'ਚ ਜ਼ਿਆਦਾ ਹੈਗਾ। ਤੇ ਡਾਕਟਰ ਸਾਹਿਬ ਫਿਰ ਇੱਥੇ ਜਿਹੜਾ ਇੱਕ ਬੜਾ ਵੱਡਾ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਵੱਖੋ-ਵੱਖ ਮੁਲਕਾਂ ਦੇ ਵਿੱਚ ਵੱਖੋ-ਵੱਖ ਜਿਹੜਾ ਕੁਦਰਤ ਨੇ ਸਾਡਾ ਸਿਸਟਮ ਬਣਾਇਆ ਹੋਇਆ, ਤੇ ਫਿਰ ਜਿਹੜਾ ਸਾਡਾ ਮੁਲਕ ਦਾ ਹੈਗਾ, ਸਾਡੇ ਸਿਸਟਮ ਜਿਹੜਾ ਇੰਡੀਆ ਦੇ ਵਿੱਚ ਹੈਗਾ, ਉਹ ਕਿੰਨਾ ਕੁ ਇਹ ਗ੍ਰਾਫ ਬਣਦਾ ਜੀ? ਵਿਟਾਮਿਨ ਡੀ ਕਿੰਨੀ ਮਾਤਰਾ ਦੇ ਵਿੱਚ ਹੋਣੀ ਚਾਹੀਦੀ ਹੈ? ਲਗਭਗ ਜਦੋਂ ਆਮ ਤੁਸੀਂ ਰੂਟੀਨ ਦੇ ਵਿੱਚ ਜਿਹੜੇ ਲੋਕ ਕੋਲੈਸਟਰੋਲ ਨੂੰ ਵੀ ਨਹੀਂ ਦਵਾਈਆਂ ਖਾਂਦੇ, ਰੂਟੀਨ ਚੈੱਕ ਕਰੋਗੇ, ਇੰਡੀਅਨ ਲੋਕਾਂ ਦਾ ਵਿਟਾਮਿਨ ਡੀ ਲਗਭਗ 20 ਇੰਟਰਨੈਸ਼ਨਲ ਯੂਨਿਟ ਦੇ ਕਰੀਬ ਹੁੰਦਾ ਹੈ। ਇੰਡੀਆ ਦੇ ਵਿੱਚ ਜਦੋਂ ਵਿਟਾਮਿਨ ਡੀ 15 ਤੋਂ ਥੱਲੇ ਘਟ ਜੇ ਉਦੋਂ ਸੀਰੀਅਸ ਪ੍ਰੋਬਲਮ ਆਉਂਦੀਆਂ ਨੇ, ਉਦੋਂ ਪਹਿਲਾਂ ਨਹੀਂ ਆਉਂਦੀਆਂ। ਇਸ ਕਰਕੇ ਜਦੋਂ 1500 ਤੋਂ ਮਤਲਬ 15000 ਤੋਂ ਘਟ ਜੇ ਤਾਂ ਸਾਨੂੰ ਵਿਟਾਮਿਨ ਡੀ ਵੱਲ ਧਿਆਨ ਦੇਣਾ ਚਾਹੀਦਾ ਹੈਗਾ। ਤੇ ਬਾਹਰਲੇ ਜਿਹੜੇ ਠੰਡੇ ਮੁਲਕ ਨੇ ਉਹਨਾਂ ਦਾ ਜਿਹੜਾ ਹੈਗਾ 30,000 ਤੋਂ ਜਿਹੜਾ ਹੈਗਾ ਇੰਟਰਨੈਸ਼ਨਲ ਯੂਨਿਟ ਤੋਂ ਉੱਪਰ ਹੋਣਾ ਚਾਹੀਦਾ ਹੈਗਾ। ਇੰਡੀਆ ਦਾ, ਪਾਕਿਸਤਾਨ ਦਾ, ਜਿਹੜੇ ਅਫਗਾਨਿਸਤਾਨ ਦਾ, ਜਿਹੜੇ ਸਾਡੇ ਨਾਲ ਹੋਰ ਮੁਲਕ ਨੇ, ਸਾਡੀ ਪੈਥੋਲੋਜੀਕਲੀ, ਸਾਡੀ ਨੇਚਰ ਦੇ ਤੌਰ 'ਤੇ ਅਸੀਂ ਸੂਰਜ ਦੇ ਨੇੜੇ ਵੀ ਹੈਗੇ ਹਾਂ। ਇਸ ਕਰਕੇ ਸਾਡਾ ਵਿਟਾਮਿਨ ਡੀ ਜਿਹੜਾ ਹੈਗਾ ਉਹਨਾਂ ਦੇ ਕੰਪੈਰੇਟਿਵਲੀ ਜੇ ਘੱਟ ਹੋਵੇ ਸਾਡਾ ਕੰਮ ਚੱਲਦਾ ਹੈਗਾ। ਸਾਨੂੰ ਉਹਨਾਂ ਦੇ ਉਹ ਫਿਗਰਾਂ ਦੇਖ ਕੇ WHO ਦੀਆਂ ਜਾਂ ਬੈਸਟ ਔਨ ਡਾਕਟਰਾਂ ਦੀਆਂ ਗੱਲਾਂ ਸੁਣ ਕੇ ਵਿਟਾਮਿਨ ਡੀ ਤੋਂ ਜ਼ਿਆਦਾ ਨਹੀਂ ਘਬਰਾਉਣਾ ਚਾਹੀਦਾ। ਸਾਡਾ ਜੇ ਵਿਟਾਮਿਨ ਡੀ ਅਗਰ 15 ਤੋਂ 20 ਯੂਨਿਟ ਹੈਗਾ, ਇੰਟਰਨੈਸ਼ਨਲ ਯੂਨਿਟ ਹੈਗਾ, ਤਾਂ ਠੀਕ ਹੈ। ਜੀ। ਤੇ ਡਾਕਟਰ ਸਾਹਿਬ ਜਦੋਂ ਅਸੀਂ ਗੋਲੀਆਂ ਖਾਂਦੇ ਹਾਂ ਵਿਟਾਮਿਨ ਡੀ ਦੀਆਂ ਜਾਂ ਕੈਲਸ਼ੀਅਮ ਦੀਆਂ, ਤਾਂ ਮੈਨੂੰ ਖੁਦ ਨੂੰ ਇਹ ਦਿੱਕਤ ਆਈ ਸੀ, ਕੋਈ ਹਾਦਸਾ ਹੋਇਆ ਸੀ, ਉਸ ਤੋਂ ਬਾਅਦ ਪਿੱਠ ਦੇ ਵਿੱਚ ਦਰਦ ਸ਼ੁਰੂ ਹੋਇਆ। ਡਾਕਟਰਾਂ ਨੇ ਮੈਨੂੰ ਰਿਕਮੈਂਡ ਕੀਤਾ ਸੀ ਕਿ ਤੁਸੀਂ ਕੈਲਸ਼ੀਅਮ ਖਾਓ, ਲੇਕਿਨ ਕੈਲਸ਼ੀਅਮ ਖਾਣ ਤੋਂ ਬਾਅਦ ਮੇਰੇ ਪੱਥਰੀਆਂ ਬਣਨ ਲੱਗ ਗਈਆਂ। ਇਹ ਵੀ ਇੱਕ ਕਾਰਨ ਫਿਰ ਉਹੀ ਹੁੰਦਾ ਜੀ? ਹਾਂਜੀ, ਇੱਕ ਕਾਰਨ ਹੈ। ਇਸੇ ਕਰਕੇ ਜਿਹੜੀ ਜਦੋਂ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਉਦੋਂ ਸ਼ੋਸ਼ੇ ਜਿਹੜੇ ਨੇ 60,000 ਯੂਨਿਟ ਦੇ ਪਿਆਉਂਦੇ ਨੇ। ਉਹਦੇ ਕਰਕੇ ਅੱਜ ਕੱਲ੍ਹ ਹੁਣ ਨਵੀਂ ਰਿਸਰਚ ਵੀ ਆਈ ਹੈ, ਵੈਸੇ ਵੀ ਕਹਿ ਰਹੇ ਨੇ ਕਿ ਉਹ ਐਮਰਜੈਂਸੀ ਵਾਸਤੇ ਤਾਂ ਲੈ ਲਓ, ਜੇ ਵਿਟਾਮਿਨ ਡੀ ਤੁਹਾਡਾ 12 ਤੋਂ ਥੱਲੇ ਚਲੇ ਗਿਆ ਫਿਰ ਤਾਂ ਲੈਣੇ ਹੀ ਪੈਂਦੇ ਨੇ, ਉਹ ਹੈਲਪਲੈਸ ਹੈ ਕੋਈ ਬੰਦਾ ਉੱਥੇ। ਪਰ ਇਹਦਾ ਇਹ ਡਰ ਹੈਗਾ ਕਿ ਵਿਟਾਮਿਨ ਡੀ ਜਦੋਂ ਤੁਸੀਂ ਜ਼ਿਆਦਾ ਲੈ ਲਿਓ ਤਾਂ ਕੈਲਸ਼ੀਅਮ ਨੂੰ ਅਬਜ਼ੌਰਬ ਕਰਦਾ ਹੈ। ਜੋ ਕੈਲਸ਼ੀਅਮ ਨੂੰ ਅਬਜ਼ੌਰਬ ਕਰੂਗਾ ਤਾਂ ਸਟੋਨ ਬਣਨਗੇ, ਜਦੋਂ ਸਟੋਨ ਬਣਨਗੇ ਸਾਡੇ ਜਾ ਕੇ ਉਹ ਗਾਲ ਬਲੈਡਰ 'ਚ ਬਣ, ਜੇ ਕਿਡਨੀ 'ਚ ਬਣ, ਉਹ ਨੁਕਸਾਨ ਕਰਨਗੇ ਕਿਡਨੀ ਦਾ। ਫਿਰ ਜ਼ਿਆਦਾ ਜੇ ਸਾਡੇ ਅੰਦਰ ਕੈਲਸ਼ੀਅਮ ਵੱਧ ਜੇ ਕਿਡਨੀ ਦਾ ਤੇ ਹੋਰ ਬੋਡੀ ਦਾ ਵੀ ਨੁਕਸਾਨ ਹੋਣ ਲੱਗ ਜਾਂਦਾ, ਈਵਨ ਬੋਡੀ 'ਚ ਸਟਿਫਨੈਸ ਵੀ ਹੋਣ ਲੱਗ ਜਾਂਦੀ ਹੈ। ਇਸ ਕਰਕੇ ਜਿਹੜੀਆਂ ਐਲੋਪੈਥਿਕ ਜਿਹੜੀਆਂ ਦਵਾਈਆਂ ਨੇ ਇਹ ਐਮਰਜੈਂਸੀ 'ਚ ਹੀ ਲੈਣੀਆਂ ਚਾਹੀਦੀਆਂ ਨੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨੂੰ ਖੁਰਾਕ ਦੇ ਵਿੱਚੋਂ, ਜਿਵੇਂ ਆਂਡੇ ਦੀ ਜਰਦੀ ਹੈਗੀ ਦੇਸੀ ਮੁਰਗੀ ਦੀ, ਖੁੰਬਾਂ ਹੈਗੀਆਂ, ਤੇ ਦੂਜੇ ਪਾਸੇ ਉਹਦੀ ਆਪਣੀ ਮੋਤੀ ਭਸਮ ਹੈਗੀ ਹੈ, ਮੱਛੀ ਦੀ ਲਾਰ ਹੈਗੀ, ਫੈਟੀ ਫਿਸ਼ ਹੈਗੀ ਹੈ, ਇਹਨਾਂ ਤੋਂ ਪੂਰਾ ਕਰਨਾ ਚਾਹੀਦਾ ਹੈਗਾ, ਮਸ਼ਰੂਮ ਤੋਂ ਪੂਰਾ ਕਰਨਾ ਚਾਹੀਦਾ ਹੈ। ਔਰ ਸਭ ਤੋਂ ਵੱਡਾ ਸੋਰਸ ਸੂਰਜ ਦੇਵਤਾ ਹੈ, ਉਹ ਫਰੀ ਦਾ ਹੈਗਾ। ਆਪਣਾ ਕੋਈ ਨਿੱਕਰ ਜੀ ਪਾ ਕੇ ਧੁੱਪੇ ਅੱਧਾ ਘੰਟਾ 20 ਮਿੰਟ ਤੁਸੀਂ 2-4 ਦਿਨ ਬੈਠਦੇ ਹੋ ਤਾਂ ਵਿਟਾਮਿਨ ਡੀ ਪੂਰਾ ਹੋ ਜਾਂਦਾ ਹੁੰਦਾ। ਘਬਰਾਉਣ ਵਾਲੀ ਕੋਈ ਲੋੜ ਨਹੀਂ, ਡਾਕਟਰਾਂ ਦੇ ਵੀ ਜ਼ਿਆਦਾ ਚੱਕਰ ਲਾਉਣ ਦੀ ਲੋੜ ਨਹੀਂ ਪੈਂਦੀ। ਅਗਰ ਫਿਰ ਵੀ ਪੂਰਾ ਨਹੀਂ ਹੁੰਦਾ ਫਿਰ ਉਦੋਂ ਬਾਅਦ ਦੇਖਣਾ ਹੁੰਦਾ ਕਿ ਲੀਵਰ ਜਾਂ ਕਿਡਨੀ 'ਚ ਕੋਈ ਪ੍ਰੋਬਲਮ ਤਾਂ ਨਹੀਂ ਜਿਸ ਕਰਕੇ ਇਹ ਵਿਟਾਮਿਨ ਡੀ ਪੂਰਾ ਨਹੀਂ ਹੋ ਰਿਹਾ, ਜਾਂ ਸਾਡੇ ਵਿੱਚ ਫੈਟ ਦੀ ਕਮੀ ਤਾਂ ਨਹੀਂ ਕਿ ਬਾਡੀ ਜਿਹੜੀ ਡਾਇਰੈਕਟ ਸੂਰਜ ਤੋਂ ਰੋਸ਼ਨੀ ਲੈ ਕੇ ਬਾਡੀ ਅਬਜ਼ੌਰਬ ਨਹੀਂ ਕਰ ਰਹੀ, ਕਿਉਂਕਿ ਸਕਿਨ ਦੇ ਥੱਲੇ ਜਿਹੜੀ ਲੇਅਰ ਹੁੰਦੀ ਹੈ ਸਾਡੀ ਫੈਟੀ, ਉਹਨੇ ਅਬਜ਼ੌਰਬ ਕਰਨਾ ਹੁੰਦਾ। ਇਹ 2-3 ਚੀਜ਼ਾਂ ਫਿਰ ਬਾਅਦ 'ਚ ਚੈੱਕ ਕਰਨੀਆਂ ਪੈਂਦੀਆਂ ਨੇ, ਫਿਰ ਉਹਦਾ ਟ੍ਰੀਟਮੈਂਟ ਹੋ ਜਾਂਦਾ, ਕੋਈ ਖਾਸ ਗੱਲ ਨਹੀਂ। ਜੀ। ਤੇ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਸੂਰਜ ਦੀ ਰੋਸ਼ਨੀ ਦੀ, ਇਹਦਾ ਵੀ ਕੋਈ ਤਰੀਕਾ ਹੈਗਾ ਪ੍ਰੋਪਰ ਲੈਣ ਦਾ, ਕਿ ਅਸੀਂ ਬਸ ਜਸਟ ਜਾ ਕੇ ਬੈਠ ਜਾਈਏ, ਜਾਂ ਕਿਸ ਤਰੀਕੇ ਨਾਲ ਅਸੀਂ ਲਵਾਂਗੇ? ਕਿਉਂਕਿ ਸਾਡੀ ਸਕਿਨ ਵੀ ਬੜੀ ਨਾਜ਼ੁਕ ਚੀਜ਼ ਹੈ। ਤੁਸੀਂ ਦੱਸ ਰਹੇ ਹੋ ਕਿ ਸਕਿਨ ਤੋਂ ਸਭ ਤੋਂ ਘੱਟ ਇਹਨੂੰ ਸੀਰੀਅਸ ਲਿਆ ਜਾਂਦਾ, ਲੇਕਿਨ ਸਭ ਤੋਂ ਵੱਡੀਆਂ ਦਿੱਕਤਾਂ ਸਕਿਨ ਦੇ ਵਿੱਚ ਹੀ ਹੁੰਦੀਆਂ। ਸਕਿਨ ਇੰਨੀ ਨਾਜ਼ੁਕ ਨਹੀਂ ਸਾਡੇ ਲੋਕਾਂ ਦੀ ਜਿੰਨੀ ਅਸੀਂ ਬਣਾ ਲਈ, ਕਿਉਂਕਿ ਸਕਿਨ ਜਦੋਂ ਸਵੇਰੇ ਵੇਲੇ ਈਵਨ ਸੂਰਿਆ ਨਮਸਕਾਰ ਦਾ ਕਨਸੈਪਟ ਵੀ ਪੁਰਾਣੇ ਬਜ਼ੁਰਗਾਂ ਦਾ ਇਹੀ ਸੀਗਾ। ਤੁਸੀਂ 5-7 ਵਾਰ ਜੇ ਸੂਰਿਆ ਨਮਸਕਾਰ ਕਰਦੇ ਹੋ ਤਾਂ ਤੁਹਾਡੇ 'ਤੇ ਉਹਦੀਆਂ ਰੇਜ਼ਸ ਸਨ ਦੀਆਂ ਪੈਂਦੀਆਂ ਹੈਗੀਆਂ। ਇਹ ਫਰੰਟ ਸਾਈਡ 'ਤੇ ਵੀ ਪੈਣੀ ਚਾਹੀਦੀਆਂ, ਬੈਕ ਸਾਈਡ 'ਤੇ ਵੀ। ਸਵੇਰੇ ਵੇਲੇ ਦੇ ਸੂਰਜ ਨੂੰ ਜਦੋਂ ਤੁਸੀਂ 9-10 ਵਜੇ ਤੱਕ ਲੈਂਦੇ ਹੈਗੇ ਹੋ ਉਦੋਂ ਕੋਈ ਸਕਿਨ ਬਰਨ ਨਹੀਂ ਹੁੰਦੀ। ਉਦੋਂ ਤੁਸੀਂ 15-20 ਮਿੰਟ ਸੂਰਜ ਦੀ ਰੋਸ਼ਨੀ ਨੂੰ ਲੈ ਲਓ, ਧੁੱਪ ਨੂੰ ਲੈ ਲਓ। ਜਦੋਂ ਸੂਰਜ ਛਿਪਦਾ ਉਦੋਂ ਲੈ ਲਓ। ਜੇ ਤੁਹਾਨੂੰ ਸੂਰਜ ਦੀ ਕੋਈ ਪ੍ਰੋਬਲਮ ਹੈਗੀ ਹੈ, ਸਨਬਰਨ ਦੀ ਪ੍ਰੋਬਲਮ ਹੈ, ਦਿਨ 'ਚ ਨਾ ਲਵੋ, ਤਾਂ ਉਹਦੇ ਨਾਲ ਵਿਟਾਮਿਨ ਡੀ ਪੂਰਾ ਹੋਏ। ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਡਾਕਟਰ ਜੋਗਿੰਦਰ ਟਾਈਗਰ, ਜਿਨ੍ਹਾਂ ਨੇ ਅੱਜ ਕੱਲ੍ਹ ਜਿਹੜਾ ਵਿਟਾਮਿਨ ਡੀ ਦੀ ਸਮੱਸਿਆ ਚੱਲ ਰਹੀ ਹੈ ਉਸ ਦੇ ਉੱਤੇ ਬਹੁਤ ਹੀ ਸਾਫ਼ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਦੀ ਅਗਰ ਜੇਕਰ ਤੁਹਾਨੂੰ ਲੱਗਦਾ ਹੈ, ਉਹਨਾਂ ਨੇ ਸਿੰਪਟਮ ਵੀ ਦੱਸੇ ਨੇ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਸ ਦਾ
ਇਲਾਜ ਵੀ ਕਰ ਸਕਦੇ ਆ। ਫਿਰ ਵੀ ਜੇਕਰ ਵਿਟਾਮਿਨ ਡੀ ਬਾਬਤ ਜਾਂ ਤੁਹਾਨੂੰ ਸਰੀਰ ਦੇ ਵਿੱਚ ਅਜਿਹੇ ਸਿੰਪਟਮ ਲੱਗਦੇ ਹੋਣ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜਾ ਸਵਾਲ ਹੈ ਉਹ ਛੱਡ ਸਕਦੇ ਹੋ, ਆਪਣਾ ਨੰਬਰ ਛੱਡ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਸਮੱਸਿਆ ਜਿਹੜਾ ਡਾਕਟਰ ਸਾਹਿਬ ਨਾਲ ਰਹਿ ਕਰਕੇ ਤੁਹਾਡੇ ਨਾਲ ਕੰਸਲਟ ਕਰਵਾ ਦਈਏ। ਜੇਕਰ ਫਿਰ ਵੀ ਕਿਸੇ ਨੇ ਇੱਥੇ ਡਾਕਟਰ ਸਾਹਿਬ ਮਿਲਣਾ ਹੋਵੇ ਤਾਂ ਤੁਸੀਂ ਕਿਸ ਦਿਨ ਅਵੇਲੇਬਲ ਹੁੰਦੇ ਹੋ ਜੀ? ਅਸੀਂ ਬੁੱਧਵਾਰ ਤੇ ਐਤਵਾਰ ਅਸੀਂ 2 ਦਿਨ ਪੇਸ਼ੈਂਟਸ ਨੂੰ ਦੇਖਦੇ ਹਾਂ ਜੀ। ਉਹ ਟੈਲੀਫੋਨ ਨੰਬਰ ਪਹਿਲਾਂ ਵੀ ਦੱਸਿਆ ਸੀਗਾ, ਉਹ ਟੈਲੀਫੋਨ ਦੇ ਉੱਤੇ ਲੋਕ ਸੰਪਰਕ ਕਰਕੇ ਆ ਸਕਦੇ ਆ ਜੀ ਜੀ ਜੀ। ਸੋ ਨੰਬਰ ਲੈ ਸਕਦੇ ਨੇ 9592610676 ਇਸ ਤੇ ਟੈਲੀਫੋਨ ਕਰਕੇ ਲੋਕ ਉੱਤੇ ਪ੍ਰੋਫੈਸਰ ਅਮਤਾ ਜੀ ਕੋਲ ਨੰਬਰ ਹੁੰਦਾ ਹੈ, ਪੈਸਾ ਸਾਹਿਬ ਨੂੰ ਫੋਨ ਕਰਕੇ ਅਪਾਇੰਟਮੈਂਟ ਲੈ ਸਕਦੇ ਨੇ, ਆ ਸਕਦੇ ਨੇ। ਵੈਲਕਮ ਜੀ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਸੁਣੀ ਲਿਆ ਕਿ ਅਗਰ ਤੁਹਾਨੂੰ ਲੱਗਦਾ ਕਿ ਕਿਸੇ ਦਾ ਕੋਈ ਸਵਾਲ ਕੁਝ ਹੋਰ ਹੈ, ਨੰਬਰ ਵੀ ਤੁਹਾਡੇ ਕੋਲ ਹੈਗਾ, ਪਰ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਹਮੇਸ਼ਾ ਜਦੋਂ ਵੀ ਡਾਕਟਰ ਜੋਗਿੰਦਰ ਟਾਈਗਰ ਹੋਰਾਂ ਕੋਲ ਆਉਣਾ ਹੈ ਤਾਂ ਅਪਾਇੰਟਮੈਂਟ ਲੈ ਕੇ ਹੀ ਆਉਣਾ। ਦਿਨ ਤੁਹਾਨੂੰ ਦੱਸ ਦਿੱਤੇ ਗਏ ਨੇ। ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਵੀ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਹੈ ਤਾਂ ਤੁਸੀਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਪੋਸਟ ਕਰ ਦਿਓ। ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਉਸ ਨੂੰ ਸ਼ਾਮਿਲ ਕਰ ਲਈਏ। ਧੰਨਵਾਦ।